अस्सलाम वालेकुम सज्जनों ते मित्रों जी आयां ਨੂੰ ਮੈਂ ਜੀਏ ਨਜਮ ਤੇ ਅੱਜ ਸਾਡੇ ਕੋਲ ਬੜੇ ਹੀ ਸੋਹਣੇ ਸ਼ਾਇਰ ਜਿਨ੍ਹਾਂ ਦੇ ਸ਼ੇਰੀ ਅੰਦਾਜ਼ ਦੀ ਗੱਲ ਕਰੀਏ, ਜਿਨ੍ਹਾਂ ਦੇ ਸ਼ੇਰਾਂ ਦੀ ਗੱਲ ਕਰੀਏ, ਹਰ ਬੰਨੇ ਧੂਮ ਮਚਾਈ ਹੋਈ ਹੈ। ਟਿਕਟੋਕ ਜਦੋਂ ਚੁੱਕ ਲਈਏ ਤੇ ਫਿਰ ਇਹੀ ਆਵਾਜ਼ਾਂ ਆਉਂਦੀਆਂ ਨੇ ਜਿਹੜੀਆਂ ਮੈਂ ਉਹਨਾਂ ਦੇ ਤਾਰਫ 'ਚ ਪੇਸ਼ ਕਰਾਂਗਾ। ਤੇ ਬਹੁਤ ਖੂਬਸੂਰਤ ਸ਼ਾਇਰ ਨੇ, ਇਹਨਾਂ ਦੇ ਗਾਣੇ ਬਹੁਤ ਸਾਰੇ ਗੁਲਕਾਰਾਂ ਨੇ ਗਾਏ ਨੇ ਔਰ ਸ਼ੋਹਰਤ ਹਾਸਲ ਕੀਤੀ। ਇੱਕ ਹੁੰਦੀ ਥੋੜ੍ਹੀ ਬਹੁਤ, ਬੇਸ਼ੁਮਾਰ ਸ਼ੋਹਰਤ ਹਾਸਲ ਕੀਤੀ। ਜਿੱਥੇ ਵੀ ਇਹ ਲਹਿਜਾ ਸਮਝਿਆ ਜਾਂਦਾ, ਪੜ੍ਹਿਆ ਜਾਂਦਾ, ਪੰਜਾਬੀ ਹੋਵੇ, ਸਰਾਇਕੀ ਹੋਵੇ, ਇੱਕੋ ਜਿਹਾ ਮਸ਼ਹੂਰ ਹੈ। ਅਤੇ ਸਾਡੇ ਕੋਲ ਅੱਜ ਬੜੇ ਹੀ ਸੋਹਣੇ ਅਤੇ ਉਹਨਾਂ ਦੇ ਮੈਂ 2-3 ਸ਼ੇਰ ਤੁਹਾਨੂੰ ਦੱਸਾਂਗਾ ਕਿ ਘਰ ਵੰਝ ਗਿਆ ਨਹੀਂ, ਜੀਆ 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 ਨਹੀਂ। ਸਾਡੇ ਕੋਲ ਮੌਜੂਦ ਨੇ ਜ਼ਹੀਰ ਮਹਾਰਵੀ ਸਾਹਿਬ। अस्सलाम वालेकुम। वालेकुम सलाम। ਕੀ ਹਾਲ ਚਾਲ ਨੇ ਤੁਹਾਡੇ? मालिक दा बड़ा करम। ਅੱਛਾ ਜ਼ਹੀਰ ਭਾਈ, ਪਹਿਲੇ ਤਾਂ ਤੁਹਾਨੂੰ ਨਜਮ ਫੈਲੋਜ਼ 'ਚ ਖੁਸ਼ਾਮਦੀਦ, ਅੰਦਾਜ਼ੇ ਨਜਮ 'ਚ ਖੁਸ਼ਾਮਦੀਦ। ਅਤੇ ਸਾਨੂੰ ਹੁਣ ਜ਼ਰਾ ਦੱਸੋ ਕਿ ਹੁਣ ਤੁਹਾਨੂੰ ਸੈਟਅਪ ਕੈਸਾ ਲੱਗ ਰਿਹਾ? ਸੈਟਅਪ ਤਾਂ ਹੁਣ ਵਾਕਈ ਹੁਣ ਪਰਮਾਨੈਂਟ ਸੈਟਅਪ ਹੋ ਗਿਆ ਨਾ ਜੀ। ਹਾਂ, ਹੁਣ ਤਾਂ ਸਾਡਾ ਬਹੁਤ ਅੱਛਾ ਹੋ ਗਿਆ ਔਰ ਜੇ ਕਲਰਸ ਵੀ ਮੇਰੇ ਕੋ ਬੜੇ ਪਸੰਦ ਹੈ। ਔਰ ਤੁਸੀਂ ਜਿਹੜਾ ਲਾਈਟਸ ਦਾ ਇਤਮਾਮ ਕੀਤਾ ਹੋਇਆ, ਇੱਥੇ ਤਾਂ ਕੈਫ ਵੀ ਚਿੱਟਾ ਲੱਗ ਸੀ। ਵਾਹ ਵਾਹ। ਅੱਛਾ, ਅਸੀਂ ਜਦੋਂ ਗੱਲ ਕਰੀਦੀ ਹੈ ਜ਼ਹੀਰ ਮਹਾਰਵੀ ਦੀ, ਤਾਂ ਜ਼ਹੀਰ ਮਹਾਰਵੀ ਨੂੰ ਅਸੀਂ ਕਹੀਏ ਕਿ ਜ਼ਹੀਰ ਮਹਾਰਵੀ ਅੱਜ ਇਸ ਜਗ੍ਹਾ 'ਤੇ ਪਹੁੰਚਿਆ ਨੇ। ਥੋੜ੍ਹੀ ਜਿਹੀ ਆਟੋਬਾਇਓਗ੍ਰਾਫੀ ਦੀ ਅਸੀਂ ਕਹਾਂਗੇ ਥੋੜ੍ਹੀ ਜਿਹੀ ਝਲਕ ਦੇ ਦਿਓ ਕਿ ਕਿੱਥੋਂ ਤੁਸੀਂ ਤਾਲੀਮ ਹਾਸਿਲ ਕੀਤੀ ਅਤੇ ਕਿੱਥੇ ਫਿਰ ਜਿਹੜਾ ਕਿ ਕਹਿੰਦੇ ਹੁੰਦੇ ਕੰਮ ਕਰ ਰਹੇ ਹੋ, ਕੀ ਕਰ ਰਹੇ ਹੋ? ਮੇਰੀ ਪੈਦਾਇਸ਼ ਮੀਆਂ ਵਾਲੀ ਸਿਟੀ ਦੀ ਹੈ। ਠੀਕ ਹੈ। ਅਤੇ ਜਿਹੜਾ ਮੇਰਾ ਵਾਲਿਦ ਸਾਹਿਬ, ਮੇਰੀ ਅੰਮਾ ਅੱਬਾ ਦਾ ਤਾਲੁਕ ਮੀਆਂ ਵਾਲੀ ਦੇ ਨਾਲ ਪਰੂ ਟਾਊਨ ਹੈ, ਨਜ਼ਦੀਕ ਹੀ ਹੈ ਮੋਚ। ਓਕੇ। ਮੀਆਂ ਵਾਲੀ ਦਾ ਛੋਟਾ ਜਿਹਾ ਟਾਊਨ ਹੈ ਮੋਚ। ਉੱਥੋਂ ਦਾਦਾ ਜੀ ਆਏ ਹਨ 60 ਦੇ ਵਿੱਚ ਮੀਆਂ ਵਾਲੀ। ਓਕੇ ਓਕੇ। ਅਤੇ ਸਾਰੀ ਪੈਦਾਇਸ਼ ਇੱਥੋਂ ਦੀ ਹੈ। ਸਹੀ। ਔਰ ਮੇਰੀ ਜਿਹੜੀ ਸਟੱਡੀ ਹੈ ਉਹ ਮੀਆਂ ਵਾਲੀ ਦੀ ਹੀ ਹੈ। ਮੈਂ MBA ਪ੍ਰਾਈਵੇਟ ਕੀਤਾ ਹੈ, ਚੂँकि ਮੈਂ ਨਾਲ ਜੋਬ ਕਰਾਂਦਾ ਪਿਆ ਹਾਂ। ਉਰਦੂ ਦੇ ਵਿੱਚ ਮਾਸਟਰ ਕੀਤਾ ਹੈ, ਸ਼ੌਕ ਲੱਗਾ ਹੋਇਆ ਹੈ। ਅੱਛਾ। ਉਹ ਵੀ ਪ੍ਰਾਈਵੇਟ ਕੀਤਾ। ਔਰ ਮੈਂ ਫਾਰਮਾਸਿਊਟੀਕਲ ਇੰਡਸਟਰੀ ਦੇ ਨਾਲ ਵਾਬਸਤਾ ਹਾਂ ਕਾਫੀ ਸਾਲਾਂ ਤੋਂ। ਸਹੀ। ਅੱਛਾ ਜ਼ਹੀਰ ਭਾਈ, ਜਿਹੜਾ ਤੁਸੀਂ ਲਹਿਜਾ ਬੋਲਦੇ ਹੋ, ਇਹ ਜ਼ੁਬਾਨ, ਇਸ ਲਹਿਜੇ ਨੂੰ ਕੀ ਆਖਦੇ ਨੇ? ਇਹ ਸਰਾਇਕੀ ਹੈ ਹਜ਼ੂਰ। ਓਕੇ ਜੀ। ਅਤੇ ਅੱਗੇ ਕੋਈ ਲਹਿਜਾ ਵੀ ਇਹਨੂੰ ਕਿਹਾ ਜਾਂਦਾ ਜਿਸ ਤਰ੍ਹਾਂ? ਨਹੀਂ, ਲਹਿਜਾ ਤੇ ਨਾ ਕੀ, ਇੱਕ ਜ਼ੁਬਾਨ ਹੈ ਪੂਰੀ। ਔਰ ਇਹ ਜਿਹੜੀ ਸਾਰੀ ਇੰਡਸ ਵੈਲੀ ਹੈ ਉਹਦਾ ਕਦੀਮ ਜ਼ੁਬਾਨ ਹੈ ਪੁਰਾਣੀ। ਉਹ ਕਾਲਾਬਾਗ ਤੋਂ ਸ਼ੁਰੂ ਹੁੰਦੀ ਹੈ ਔਰ ਸਾਦਕਾਬਾਦ ਤਾਈਂ ਅੱਗੇ ਜਿੱਥੇ ਜਿੱਥੇ ਲੋਕ ਬੈਠੇ ਨੇ ਉਹ ਬੋਲਦੇ ਨੇ ਦਰਿਆ ਦੇ ਨਾਲ ਨਾਲ। ਅਤੇ ਸਰਾਇਕੀ ਹੈ। ਔਰ ਸਾਡਾ ਥੋੜ੍ਹਾ ਜਿਹਾ ਮੀਆਂ ਵਾਲੀ ਦੇ ਲਹਿਜੇ को असां अपनी ज़ुबान चाहते हैं खड़ावा लहजा। अच्छा, खड़ावा थोड़ा जिहा सख्त लहजा। सही। उसको तो असल ज़ुबान के मुतलिक जिहड़े दोस्तां दे इख्तलाफात होंदे ने, जो सोशल मीडिया ते मैं रहदा रहां, वो दस्तो गरेबां होंदे ने, वो मेरे को बिल्कुल चंगा नहीं लगता। सही। क्योंकि मेरे नज़दीक जिहड़ियां ज़ुबानां हैं वो हर ज़ुबान एहतराम दे काबिल है। असां कहंदी माँ बोली दे एहतराम नहीं करेंदे तो कोई सारी माँ बोली दे एहतराम ना करे सी। सही। ਤਾਂ ਉਹ ਇੱਕ ਜਿਹੜਾ ਲਾਏ ਹੁੰਦੇ ਉਹਨਾਂ ਕੋਲ ਬੰਦਾ ਪੁੱਛ ਕੇ ਨੇ ਨਾ ਜਿਹੜੀ ਜ਼ੁਬਾਨ ਦਾ ਕਲੇਮ ਕਰਿੰਦੇ ਪਏ ਹੁੰਦੇ ਬਈ ਜੀ ਹਰੂਫ ਤਹਜੀ ਸੁਣਾ ਦੇ, ਤਾਂ ਉਹ ਦੁਬਾਰਾ ਤੋਂ ਕਿਆਮਤ ਤੱਕ ਨਾ ਮਿਲ ਸੀ। ਬਿਲਕੁਲ। ਇਤਰਾਜ਼ ਕਰਕੇ ਚੱਲਾ ਵੀ ਸੀ, ਕਮੈਂਟ ਕਰਕੇ ਚੱਲਾ ਵੀ ਸੀ, ਪਿੱਛੋਂ ਮਖਲੂਕ ਖੁਦਾ ਲੜਦੀ ਪਈ ਹੁੰਦੀ ਹੈ। ਤਾਂ ਜ਼ੁਬਾਨ ਥੋੜਾ ਜਿਹਾ ਸਾਰਾ ਚੂँकि ਖੜਾਵਾ ਲੈ ਜਾਏ ਤਾਂ ਮੈਂ ਇਸको ਥੋੜਾ ਜਿਹਾ ਮੋਲਡ ਕੀਤਾ ਹੈ। ਔਰ ਸਾਡੇ ਹੀ ਮੀਆਂ ਵਾਲੀ ਦਾ ਇੱਕ ਇਲਾਕਾ ਹੈ ਦੁਆਬਾ। ਸਹੀ। ਉੱਥੇ ਚੂँकि ਮੇਰਾ ਬਚਪਨ ਗੁਜ਼ਰੇ ਤਾਂ ਮੈਂ ਉਹ ਜਿਹੜਾ ਡਾਇਲੈਕਟ ਹੈ ਉਹ ਬੇਸਿਕਲੀ ਉਸको अपनाया है। चूँकि मेरे को लगता है कि ये डायलैक्ट ਜਿਹੜਾ ਹੈ ਇਹ ओवरऑल न सिर्फ सराइकी बल्कि पंजाबी, सिंधी, पोठोहारी, हिंद को सारे दोस्तों को समझ आने वाला है। सही। तो वो थोड़ा जिहा मैं मोल्ड ਕੀਤਾ है। बाकी कंहिं ज़ुबान को जो बंदा ज़ुबान मन घिंदा है तो उनकी बेसिक को ਜਾਂ ਉਹਦੀ ਬੁਨਿਆਦ को ਓਨ ਕਰਨ ਜਾਂ ਵਰਤਣ 'ਚ ਕੋਈ ਆਰ ਨਹੀਂ ਹੋਣਾ ਚਾਹੀਦਾ। ਅੱਛਾ ਜ਼ਹੀਰ ਭਾਈ, ਇੱਕ ਅਮੂਮੀ ਤੌਰ 'ਤੇ ਸਾਨੂੰ ਸ਼ਿਕਵਾ ਮਿਲਦਾ ਹੈ ਜਿਹੜੇ ਮੁਜ਼ਾਫਾਤ 'ਚ ਰਹਿਣ ਵਾਲੇ ਲੋਕ ਨੇ, ਉਹ ਕਹਿੰਦੇ ਨੇ ਕਿ ਜੀ ਸਾਨੂੰ ਸੈਂਟਰ 'ਚ ਜਗ੍ਹਾ ਨਹੀਂ ਮਿਲਦੀ। ਅਸੀਂ ਜਦ ਕਿ ਦੇਖਦੇ ਹਾਂ ਕਿ ਤੁਹਾਡਾ ਜਿਹੜਾ ਕਲਾਮ ਬਹੁਤ ਜ਼ਿਆਦਾ ਮਸ਼ਹੂਰ ਹੋਇਆ, ਜੀਆ 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 ਨਹੀਂ,
ਉਹ ਇੱਕ ਤੁਸੀਂ ਕਮਰੇ 'ਚ ਬੈਠੇ ਹੋ ਔਰ ਚੰਦ ਦੋਸਤਾਂ ਨੂੰ ਤੁਸੀਂ ਸੁਣਾ ਰਹੇ ਹੋ ਤੇ ਉਹ ਵਾਇਰਲ ਹੋ ਗਿਆ। ਹੁਣ ਇਹ ਦੱਸੋ ਕਿ ਤੁਹਾਡੇ ਨਜ਼ਦੀਕ ਮੁਜ਼ਾਫਾਤ ਦੇ ਬੰਦਿਆਂ ਨੂੰ ਸੈਂਟਰ 'ਚ ਆਉਣਗੇ ਤੇ ਇੱਜ਼ਤ ਮਿਲੇਗੀ, ਜਾਂ ਜੇ ਅਗਰ ਚੰਗਾ ਸ਼ੇਰ ਕਹੋਗੇ ਤੇ ਮੁਜ਼ਾਫਾਤ 'ਚ ਵੀ ਤੁਹਾਨੂੰ ਮੰਨਣ ਵਾਲੇ ਮਿਲ ਜਾਣਗੇ? बिल्कुल वैलिड है, लेकिन मैं समझना कि ਮੁਜ਼ਾਫਾਤ ਦੇ ਅੰਦਰ ਵੀ ਸਰ ਬਹੁਤ ਸਾਰੇ ਮਸਾਇਲ ਚੱਲਦੇ ਪਏ ਹੁੰਦੇ ਨੇ। ਆਰਟਿਸਟ ਇੱਕ ਦੂਜੇ ਦੇ ਨਾਲ ਮੁਆਸਰਾਨਾ ਚਸ਼ਮਕ ਔਰ ਬਹੁਤ ਸਾਰੇ ਮਾਮਲਾ। ਮਿਸਾਲ ਦੇ ਤੌਰ ਤੇ ਤੁਸੀਂ ਨਜਮ ਫੈਲੋ ਦੇ ਉੱਤੇ ਇੱਕ ਮੁਸ਼ਾਇਰਾ ਕਰਵਾਉਂਦੇ ਹੋ, ਤੁਸੀਂ ਪਾਕਿਸਤਾਨ ਦਾ 2000 ਸ਼ਾਇਰ ਤਾਂ ਨਾ ਸੱਦ ਸਕਦੇ ਨੇ। ਬਿਲਕੁਲ ਸਹੀ। ਉੱਤੇ ਦੋਸਤਾਂ ਦੇ ਇਤਰਾਜ਼ਾਤ ਹੁੰਦੇ ਨੇ। ਹੁਣ ਤਾਂ ਪਹਿਲੇ ਤਾਂ ਸ਼ਾਇਦ ਕੋਈ ਅਗਰ ਵੈਲਿਡ ਹੋਵੇ ਵੀ ਆ ਔਰ ਹੁੰਦਾ ਵੀ ਹੈ, ਉਹ ਵੀ ਗवर्नमेंट ਦੇ ਜਿਹੜੇ ਜਾਂ पेड प्रोग्राम्स ने या कोई बड़ा प्लेटफॉर्म है, वो लोगों को या कहीं इलाके को इग्नोर कर रहे, तो वो इग्नोर दी तो समझ आती आई बई वो करेंदे पैन कोई शायद उस टाइम में भी एक्सेस का भी प्रॉब्लम होंदा है, लोगों को दी रीच दे भी प्रॉब्लम होंदा है। लेकिन हुण तां सोशल मीडिया ने जी ਹੁਣ शेर को कम अज़ कम कोई पहली गल तो है भी शेर को पहले भी कोई नहीं रोक सकता होंदा। ਚੱਲਣ ਵਾਲਾ ਸ਼ੇਰ ਜਾਂ ਸੁਣਨ ਵਾਲਾ ਸ਼ੇਰ ਤਾਂ ਟਰੱਕਾਂ ਦੇ ਪਿੱਛੋਂ ਲਿਖਾ ਵਾ। ਤੇ ਹੁਣ ਤਾਂ ਉਹ ਸ਼ਿਕਵਾ ਚਲੋ ਕਿਸੇ ਹੱਦ ਤੱਕ ਇੱਕ ਮਿੰਟ ਵਾਸਤੇ ਮੰਨ ਵੀ ਗਿੰਦੇ ਆ, ਤਾਂ ਹੁਣ ਤਾਂ ਉਹ ਸਿਸਟਮ ਵੀ ਕੋਈ ਨਹੀਂ। ਹੁਣ ਤਾਂ ਸੋਸ਼ਲ ਮੀਡੀਆ ਹੈ, ਲੋਕਾਂ ਦੀ ਇੱਕ ਦੂਜੇ ਦੀ ਰੀਚ ਵਿੱਚ ਹਨ। ਔਰ ਲਿਟਰੇਚਰ ਅੱਛਾ ਜ਼ਰੂਰੀ ਵੀ ਨਹੀਂ ਕਿ ਹਰ ਚੀਜ਼ ਹਰ ਆਦਮੀ ਵਾਇਰਲ ਹੋਵੇ। मतलब है कि 2000 बंद है तो उसके कोई 15-20 लोगों को लोग सुनते पे उसी ट्रेंड में भी 2 साल बाद उन्होंने ना सुनेंगे, मैं 200 को सुनता पे होगा। तो सा हिस्ट्री देख गिनो कि उस टाइम जड़ा बुक्स जड़े वेले सेल थी नहीं होंदियां, तो उस टाइम भी 2-4 लोगों दी सेल थी नहीं होंदियां, ऐसे तरह 10 लोगों दी सेल थी नहीं उस बाद मीडियम है तो जड़े रिसालां दे विच शब्द होंदा इकलाम तो रिसाले कितने सेल थी होंदे या कितनी मतलब है कि पब्लिशर को अजाब पिया पिया होंदा है। ਹੁਣ ਵੀ ਸੋਸ਼ਲ ਮੀਡੀਆ ਤੇ ਹਰ ਦੋਸਤ ਤੇ ਕਹਿੰਦੀ ਹਰ ਆਈਡੀਓ ਆਪਣੀ ਆਪ ਆਪਰੇਟ ਕਰਦਾ ਪਿਆ। ਦੂਜੇ ਕਿ ਥੋੜੀਆਂ ਐਫਰਟਸ ਵੀ ਤਾਂ ਕਰਨੀਆਂ ਪੈਂਦੀਆਂ ਨੇ ਭਾਈ। ਬਿਲਕੁਲ ਸਹੀ, ਠੀਕ ਹੈ। ਅਸਾਂ ਵੀ ਤਾਂ ਇੱਕ ਛੋਟੇ ਜਿਹੇ ਇਲਾਕੇ ਚੋਂ ਔਰ ਕਾਫੀ ਡਿਸਟੈਂਸ ਤੇ ਈਵਨ ਕਿ ਸਰਾਇਕੀ ਬੈਲਟ ਤੋਂ ਡਿਸਟੈਂਸ ਤੇ ਲਾਹੌਰ ਤੋਂ ਡਿਸਟੈਂਸ ਤੇ ਤਾਂ ਐਫਰਟਸ ਤਾਂ ਬਹਿਰਹਾਲ ਕਰਨੀਆਂ ਪੈਂਦੀਆਂ। ਅਗਰ ਮੈਂ ਘਰ ਬੈਠਾ ਹੋਵਾਂ ਕਿ ਮੈਂ ਕਿ ਨਜਮ ਕੋ ਲੋਕ ਕਿਉਂ ਸੁਣਦੇ ਪੈਣ, ठीक है, शानी को क्यों सुनते पैन, ठीक है, बे दोस्तों क्यों सुनते पैन लोग, तो क्यों सुनने का तो कोई जवाब कोई नहीं, चुके आवाम की पसंदीदी को तुम चैलेंज ना कर सकते। बिल्कुल सही, एफर्ट्स जरूरी है। जो दोस्त सुनते पैन उन्होंने गुजारिश है कि शेर आखन, शेर दोस्त आदि ही बड़ा अच्छा पे जी मकबूलीयत है तो वो तो मत्थे दिए ना जी। हाँ जी, इस तरह शेर तो अपना मत्था घिन के आंदा है, वो जेड़े निकलना होंदा तो गोलीयार निकल वेंदे सारे सामने। बल्कि तुम्हारे प्लेटफॉर्म तो मैं बहुत सारे नौजवान हैं उन्होंने शेर मतलब है कि मैं डाउनलोड करेंदा दोस्तों के नाल शेयर करेंदा, वो बड़ा अच्छा शेर आदे पे होंदे। बिल्कुल हुण मेरे को नहीं पता किहड़े इलाके दे नाल ताल्लुक है। अगर इस्लामाबाद होवे, इस्लामाबाद ही आलमोस्ट माइग्रेशन है, लाहौर है ਤਾਂ ਹੁਣ ਜ਼ਾਹਿਰ ਤੁਸੀਂ ਵੀ ਤਾਂ ਇਥੋਂ ਦੀ ਜੰਮ ਪਲ ਤਾਂ ਨਹੀਂ ਨਾ ਤੁਹਾਡੀ। ਜੀ ਜੀ, ਤੁਸੀਂ ਵੀ ਤਾਂ ਬਾਹਰ ਦੇ ਇਲਾਕੇ ਚੋਂ ਹੈ, ਜਾਂ ਬਾਕੀ ਦੋਸਤ ਇੱਥੇ ਸ਼ਾਨੀ ਬੈਠੇ ਜਾਂ ਕੈਫ ਹੋਵੇ ਜਾਂ ਬਾਕੀ ਜਿਤਨੇ ਦੋਸਤ ਪਏ ਨੇ ਸ਼ਾਕਿਰ ਹੈ ਜਾਂ ਬਾਕੀ ਦੋਸਤ ਸਾਰੇ ਤਾਂ ਮੁਜ਼ਾਫਾਤੀ ਨੇ। ਉਹ ਮੁਜ਼ਾਫਾਤੀ ਅਗਰ ਇੱਕ ਇਲਾਕੇ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਦੇ ਆਪਣੇ ਲੋਕ ਆਖਣ ਬਈ ਕਬਜ਼ਾ ਤਾਂ ਮੁਜ਼ਾਫਾਤੀਆਂ ਆਪ ਕੀਤਾ ਹੋਇਆ ਵਾ, ਆਪਣੇ ਤੇ ਪਰਚਾ ਬਣਦਾ। ਵੈਸੇ ਇੱਕ ਸ਼ਿਕਵਾ ਲਾਹੌਰ ਤੇ ਲਿਆ ਜਾਂਦਾ ਕਿ ਜਿਹੜਾ ਲਾਹੌਰੀਏ ਜਿਹੜੇ ਨਾ ਉਹ ਤਾਦਾਦ ਚ ਉਹਨੇ ਨਹੀਂ ਹੈ ਨੇ ਜਿੰਨੇ ਮੁਜ਼ਾਫਾਤੀ ਆ ਕੇ ਇੱਥੇ ਵਸ ਗਏ ਨੇ, ਤੇ ਲਾਹੌਰ ਦਿਨ ਬ ਦਿਨ ਵੱਧ ਰਿਹਾ। ਲੇਕਿਨ ਅਸਾਂ ਕਾਊਂਟਰ ਜਿਹੜਾ ਨਾ ਉਹ ਕਾਊਂਟਰ ਦੇਖਣ ਵਾਲੀ ਅੱਖ ਕੋਈ ਨਹੀਂ ਨਾ ਸਾਰੀ ਕਿ ਚਲੋ ਅਸਾਂ ਕਹਿੰਦੇ ਬਾਰੇ ਇੱਕ ਰਾਏ ਰੱਖਿੰਦੇ ਆ, ਪਰਲਾ ਸਾਰੇ ਬਾਰੇ ਕਿਹੜੀ ਰਾਏ ਰੱਖਿੰਦੇ। ਬਿਲਕੁਲ ਅਸਾਂ ਤਾਂ ਕਿ ਨਹੀਂ ਸੋਚੇ ਨਹੀਂ, ਕਿਉਂਕਿ ਅਸਾਂ ਸਿਰਫ ਆਪਣੀ ਰਾਏ को ਅਹਿਮੀਅਤ ਦਿੰਦੇ ਆ ਔਰ ਆਪਣੀ ਰਾਏ को ਦੂਜੇ ਲੋਕਾਂ ਨੂੰ ਮੁਸੱਲਤ ਕਰਨ ਦੀ ਕੋਸ਼ਿਸ਼ ਕਰਦੇ। तो ਉਹਦਾ ਇਹ ਮਾਮਲਾ ਤਾਂ ਚੱਲਦਾ ਰਹਿੰਦਾ। ਤਾਂ ਬਹਰਹਾਲ ਹੁਣ ਤਾਂ ਟੈਨਸ਼ਨ ਦੀ ਜ਼ਰੂਰਤ ਹੀ ਕੋਈ नहीं। बिल्कुल ਹੁਣ ਤਾਂ प्लेटफॉर्म्स मौजूद हैं। अच्छा, शेर कथार सजना है, अगर इसको सिर्फ मैं इस नुक्ता नज़र ਦੇ ਨਾਲ ਲਿਖਣਾ ਸ਼ੁਰੂ थी वे समय नहीं, मैं इस ਦੇ ਵਿੱਚ मैं वायरल भी थी बने हैं इस ਦੇ ਉੱਤੋਂ और मैं मुशायरे सवेरे शाम पढ़ने हैं। लेकिन एक वक्त आंदा है कि ਜਿਹੜੇ ਵੇਲੇ मुशायरे पढ़ने पाਉਂਦੇ ਤੇ ਵੀ ਲੱਗ ਸਮਝ ਆਉਂਦੀ ਬੰਦੇ। मैं बल्कि मेरा एक दोस्त आता है भाई शायर वायरल थी भी तो सिर्फ खर्चे मत दें। हाँ ठीक है,
ਤਾਂ ਜਿਹੜੇ ਵੇਲੇ ਬੰਦਾ वायरल थी में होंगे अपने मसाइल हैं। ख्वाहिश तो होंगी है दोस्तों को कि साकू इज्जत मिले, शोहरत मिले, उन्होंने राइट है, लेकिन उस वास्ते बहरहाल स्ट्रगल, उस वास्ते हौसला भी चाहिए होंगे, उस वास्ते कुछ इन्वेस्ट भी करना पौंदा, एटलीस्ट टाइम। बिल्कुल ठीक है, दोस्त छोड़ने पौंदे हैं, पढ़ना पौंदा है, बाहना पौंदा, फैमिली छड्डनी पैंदी, जाहिर है फैमिली दा टाइम तुसी कट के दे रहे हो। मैं हुण ये वीकेंड मतलब है कि दोस्तों को देता है, पोइट्री को देता है, बिल्कुल सही। तो मैं फैमिली को वीकेंड ना दे सका, बहरहाल कुर्बानी तो मैं दी है। ਬਿਲਕੁਲ। ਅੱਛਾ, ਖਰਚਿਆਂ ਦੀ ਤੁਸੀਂ ਗੱਲ ਕੀਤੀ। ਅੱਛਾ, ਖਰਚਿਆਂ ਦੀ ਗੱਲ ਕਰ ਲਈਏ ਤੇ ਜਿਹੜਾ ਇੱਕ ਸ਼ਾਇਰ ਨੂੰ ਜਦੋਂ ਕਿਸੇ ਮੁਸ਼ਾਇਰੇ 'ਚ ਬੁਲਾਇਆ ਜਾਂਦਾ ਤੇ ਉਹ ਜ਼ਾਹਰ ਹੈ ਉਹਦਾ ਆਉਣ ਜਾਣ ਦਾ, ਉਹ ਕਹਿੰਦਾ ਕਿ ਜ਼ਰਾ ਮੈਨੂੰ ਖਰਚਾ ਦੇ ਦਿਓ, ਕੁਛ ਫੀਸ ਵੀ ਲੀਲਾ ਵੀ ਪੜ੍ਹਦੇ ਨੇ ਤੇ ਤੁਹਾਡਾ ਤਾਂ ਮਾਸ਼ਾਅੱਲਾ ਜਿਹੜਾ ਕਿ ਕਹਿੰਦੇ ਔਨ ਡਿਮਾਂਡ ਹੈਗੇ, ਤੁਹਾਡੇ ਨੂੰ ਤਾਂ ਬੰਦੇ ਮਗਰ ਫੇਰੇ ਨੇ, ਤੁਸੀਂ ਲੱਭਦੇ ਨਹੀਂ ਉਹਨਾਂ ਨੂੰ। ਤੇ ਮੈਨੂੰ ਦੱਸੋ ਇਹ ਜ਼ਾਜ਼ੀਆ ਜਿਹੜਾ ਹੈ ਇਹਦਾ ਕੀ ਤਰੀਕਾਕਾਰ ਹੋਣਾ ਚਾਹੀਦਾ, ਕਿੰਨਾ ਕੁ ਹੋਣਾ ਚਾਹੀਦਾ ਹੈ ਔਰ ਕਿੰਨਾ ਕੁ ਮਾਕੂਲ ਜਿਹੜਾ ਬਣਦਾ ਹੈ? पहली तो गल नजम भाई ये है कि शायर को एजाज़िया तलब करने की ज़रूरत भी नहीं होनी चाहिए। ओके, इंतज़ामिया नू ये मामला डिस्कशन भी नहीं आना चाहिए। बिल्कुल सही है। क्योंकि जेडे लोग मुशायरे दे मुंतज़िम होंदे ने उन्हों को पता होंदा है भाई कैं को कितना एजाज़िया देना है, कौन कित्थों आंदा पे, उसदे एक्सपेंस कितने हैं, बिल्कुल सही, ठीक है, उसको ट्रीट किवें करना है, उसदे स्टे करना है, वो शायर को किस लेवल तक अकोमोडेट कर सकते हैं। तब पहली तो गल ये है कि शायर को मंगण दी या नौबत नहीं आनी चाहिए, या ईवन बारगेनिंग दी नौबत नहीं आनी चाहिए। बिल्कुल सही। हाँ, एक्सपेंस का ताल्लुक है तो जाहिर है जेडे बंदे जिथों ट्रैवल करना है उनको ट्रांसपोर्टेशन दे है, जाहिर है वो उस कोई जॉब करेंदा तो छुट्टी गिननी है। यार एक मुशायरे के उत्ते अगर 4-5 घंटे की ड्राइव ते बंदा वहिंदा तो बंदे ते एक दी तो सफ़र जो मुशायरे च आउंदे दूसरे दी बंदा काम करना ही होंदा। तो एजाज़िया जिहड़ा है वो ज़रूर होना चाहिए। और हुण तो खैर बहुत बेहतर है, हुण तो मतलब है कि लोगों को अवेयरनेस आ गई है भी नहीं, तो इन्हों को भी अकोमोडेट करना चाहिए। नहीं तो हुण ताईं लोग मतलब है कि थिएटर ते या म्यूजिक दे कंसर्ट्स ते या सिंगर्स को लोग पैसे देंदा है, तो बाकी शायरों को नहीं मिलते होंगे उस लेवल ते। मैं उस लेवल ते इस वजह तो आदा पिया कि कुछ दोस्त आदे हैं बई जिहड़ा तो जी हुण सोशल मीडिया की वजह तो जिहड़ा तो एजाज़ियत दा एक मामला बना है। लेकिन मैं तो इस चीज़ का गवाह हाँ कि कम अज़ कम मैं सराइकी बैल्ट दे विच मुशायरे पढ़दा रहा, तो मैं 2004 दा तो कम अज़ कम मैं चशमदीद गवाह हाँ। ठीक है, शायरां को चाहे थोड़े सही उन्हों को ड्यू प्रोटोकॉल दे नाल रिस्पैक्ट दे नाल एजाज़िया दिता वैंदा है। इवें नहीं बई एक हुण आके कंसैप्ट डिवेलप थी है। नहीं, लेकिन एक क्लेम तो होंदा ना कि एक दो शायरां दे जिन्हां दी गल हुंदी है, वो कहंदे कि यार असी बेसिकली रिवाइव कीता ਜਿਹੜਾ ਪੋਇਟਰੀ ਨੂੰ। ਪਹਿਲੇ ਸ਼ਾਇਦ ਉਸ ਤਰ੍ਹਾਂ ਮੁਸ਼ਾਇਰੇ ਵਾਲਾ ਉਸ ਤਰ੍ਹਾਂ एनवायरनमेंट नहीं सी, लेकिन हुण मुशायरा साडी वजह तो चलने हैं। वो तो जाहिर है क्रेडिट तो दोस्तों को वेंदा है ना, जेडे 5-7 सारे दोस्त मेन स्ट्रीम में हैं इस टाइम, उनको उन्ना शायरी दे लोगों को घील के घेना है, थिएटर च लोगों को कढ आंदा है, स्टूडेंट्स दे टिकट्स लग गए मुशायरा ते, उन्हां दा ड्यू क्रेडिट तो है। लेकिन इस चीज़ में एक होर गल करेंदा पिया कि एक अगर मैं सपोज एक क्लेम करेंदा कि मैं रिवाइव किया इस चीज़ को, तो मैं तो आया ही बाद ठीक है, मेरे तो पहले लोगों को मतलब है कि एजाज़ी मिलते पे हैं, गो कम मिलते पे। मुझे सोशल मीडिया का भी जाहिर है इस रोल है कि अगर पहले साकू 100 बंदा सुनता है तो हुण साकू 2 लाख बंदा सुनता है। बिल्कुल असां लोगों की रीच ते वेंदे आ, वो तो डिमांड बनती है, तो मुशायरे तो रोले होंदे, इंतजामिया के भी रोले होंदे, फलां को सरो फलां को। हुण तो इतने दोस्त वायरल हैं कि इंतजामिया परेशान थी वेंदी भी किहड़े बंदे को असां अफोर्ड कर सकते हैं तो किहड़े को नहीं कर सकते। तो बहरहाल ये शायर का ख्याल रखना चाहिए, इस सोसाइटी का हिस्सा है। और आर्ट है, आर्ट की कीमत तो कोई नहीं होंगी, लेकिन बाकी अगर आर्ट दी असनाफ जितनी हैं उन्होंने को अगर एक प्रोफैशनली ट्रीट किया वैंदा पे तो नहीं। ਤੁਸੀਂ ਇੱਕ ਚੀਜ਼ ਨਹੀਂ ਨੋਟ ਕਰ ਰਹੇ, ਪਹਿਲੇ ਅਸੀਂ ਜਦੋਂ ਡਰਾਮੇ ਦੇਖੀਦੇ ਸਨ ਉਹ 'ਚ ਇੱਕ ਗਾਣੇ ਦੀ ਹੱਦ ਤੱਕ ਜਿਹੜਾ ਇਹ ਹੁੰਦਾ ਸੀ, ਮਿਊਜ਼ਿਕ ਸ਼ੋਅ ਜਾਂ ਜਿਸ ਤਰ੍ਹਾਂ ਹੁਣ ਮੁਜ਼ਾਕਰਾਤ ਹੋ ਗਏ, ਮਾਰਨਿੰਗ ਸ਼ੋਅਜ਼ ਵਗੈਰਾ ਹੋ ਗਏ, ਉਹਦੇ 'ਚ ਵੀ ਬਸ ਇੱਕ ਮੁਨਾਸਬ ਜਿਹਾ ਹਿੱਸਾ ਹੁੰਦਾ ਸੀਗਾ। ਹੁਣ ਤੁਸੀਂ ਨਹੀਂ ਦੇਖ ਰਹੇ ਕਿ ਡਰਾਮਿਆਂ ਦੇ ਅੰਦਰ ਵੀ ਬਹੁਤ ਜ਼ਿਆਦਾ ਸ਼ਾਇਰੀ ਜਿਹੜੀ ਉਹ ਪ੍ਰਵਾਨ ਚੜ੍ਹ ਰਹੀ ਹੈ, ਕਿ ਉਹ ਹਰ
ਜਿਹੜਾ ਡਰਾਮਾ ਉਹਦੇ ਅੰਦਰ ਸ਼ੇਰਾਂ ਦਾ ਇਸਤੇਮਾਲ ਹੋ ਰਿਹਾ। ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਅੰਦਰ ਵੀ ਜਿਹੜੇ ਹੋਸਟ ਨੇ ਉਹ ਵੀ ਆ ਕੇ ਸ਼ੇਰ ਪੜ੍ਹਦੇ ਨੇ। ਜਿਸ ਤਰ੍ਹਾਂ ਅਸੀਂ ਤਾਬਿਸ਼ ਹਾਸ਼ਮੀ ਸਾਹਿਬ ਦਾ ਪ੍ਰੋਗਰਾਮ ਦੇਖੀਏ ਤੇ ਉਹ ਬਿਲਕੁਲ ਆਗਾਜ਼ 'ਚ ਕਹਿੰਦੇ ਜਨਾਬ ਜਿੱਦਾਂ ਦਾ ਵੀ ਤੁਹਾਨੂੰ ਸ਼ੇਰ ਆਉਂਦਾ ਹੈ ਤੁਸੀਂ ਸ਼ੇਰ ਸੁਣਾਉਣਾ ਹੈ, ਜਿੱਦਾਂ ਦਾ ਵੀ ਆਉਂਦਾ ਹੈ। ਤੇ ਮਤਲਬ ਤੁਹਾਨੂੰ ਨਹੀਂ ਲੱਗ ਰਿਹਾ ਕਿ ਇਹ ਸ਼ਾਇਦ ਹੁਣ ਪੋਇਟਰੀ ਜਿਹੜਾ ਓਰੀਐਂਟਡ ਜਿਹੜਾ ਨਾ ਚੀਜ਼ਾਂ ਚੱਲਣ ਲੱਗ ਪਈਆਂ ਨੇ? ਇਹ ਸ਼ਾਇਰੀ ਦਾ ਜ਼ਾਹਿਰ ਹੈ ਇਰਤਕਾਈ ਅਮਲ 'ਚ ਜਿਹੜਾ ਇਹ ਮੈਂ ਕਮਰਸ਼ੀਅਲਿਜ਼ਮ ਦਾ ਇਰਤਕਾਈ ਜੀ ਬਿਲਕੁਲ, ਮੈਂ ਕਮਰਸ਼ੀਅਲਿਜ਼ਮ ਦੇ ਪੁਆਇੰਟ ਇਹ ਹੁਣ ਤਾਂ ਮਤਲਬ ਹੈ ਕਿ ਉਹਦਾ ਸਟਾਰਟ ਹੈ, ਮੈਂ ਸਮਝਦਾ ਨਾ ਇਹ ਸਟਾਰਟ ਹੈ। ਕਮਰਸ਼ੀਅਲਿਜ਼ਮ ਜਿਹੜਾ ਹੈ ਉਹ ਜ਼ਾਹਿਰ ਇੱਕ ਟਾਈਮ ਗਿਣਦਾ ਹੈ। ਸਾਰੇ को लोगों को आदत कोई नहीं ਉਹ ਹੁਣ ਐਸਾ ਆਦਤ ਡਿਵੈਲਪ ਥੀਂਦੀ ਪਈ ਹੈ। ਹੁਣ ਟਿਕਟਸ ਮਤਲਬ ਸੇਲ ਹੁੰਦੇ ਨੇ ਜਾਂ ਸ਼ੋਜ਼ ਹੁੰਦੇ ਨੇ ਉਹਨਾਂ ਦੇ ਵਿੱਚ ਸ਼ਾਇਰਾਂ ਨੂੰ ਤਾਂ ਵਨ ਮੈਨ ਸ਼ੋ ਵੀ ਹੋਣ ਲੱਗ ਪਏ ਨੇ। ਹਾਂ ਜ਼ਾਹਿਰ ਹੈ ਬੜੀ ਅੱਛੀ ਗੱਲ ਹੈ ਔਰ ਇਹ ਹੋਣਾ ਚਾਹੀਦਾ ਕਿ ਅਗਰ ਲੋग एक्सेप्ट करेंदा पे एक बंदे को क्यों ना उसको करना चाहिए। ਤੇ ਇਆਂ ਹੀ ਥੀਂਦੇ ਮਤਲਬ ਕਿ ਹੁਣ ਪਿੱਛੇ ਵੀ ਇੱਕ ਪ੍ਰੋਗਰਾਮ ਆਈ ਤਾਂ ਉਹ ਉੱਥੇ म्यूजिक ਦੇ ਪ੍ਰੋਗਰਾਮ ਆਈ ਲੇਕਿਨ ਉਹ ਲੋਕਾਂ ਸ਼ੋਰ ਮਚਾ ਰਹੇ ਤੇ ਸਟੇਜ ਤੇ ਗਏ ਉਤਨਾ ਹੀ ਰਿਸਪੌਂਸ ਮੇਰੇ ਕੋ ਮਿਲੇਗਾ ਜਿਤਨਾ ਇੱਕ ਮੁਸ਼ਾਇਰੇ ਦਾ ਮਿਲਦਾ। ਹੁਣ ਲੋਕਾਂ ਕੋ ਨਾ ਗੋ ਕਿ ਉਹਨਾਂ ਦੀਆਂ ਸਮਾਤਾਂ ਹਾਲੇ ਉਸ ਲੈਵਲ ਤੇ ਜਿਹਨਾਂ ਕੋ ਅਸਾਂ ਟਰੂ ਸ਼ੇਰੀ ਸਮਾਤ ਆਦੇ ਹਾਂ ਉਸ ਸੱਤਾ ਤੇ ਤਾਂ ਨਹੀਂ ਗਏ ਲੇਕਿਨ ਇੱਕ ਐਸਾ ਲੋਕ ਜਿਹੜੇ ਹਨ ਉਹਨਾਂ ਨੂੰ ਸ਼ੇਰ ਦੀ ਸਮਝ ਆਉਂਦੀ ਪਈ ਹੈ ਤਾਂ ਉਸ ਦੇ ਨਾਲ ਉਹ ਕਮਰਸ਼ੀਅਲਿਜ਼ਮ ਦਾ ਜਿਹੜਾ ਮਾਮਲਾ ਹੈ ਨਾ ਉਹ ਟੁਰਦਾ ਪਿਆ ਮਤਲਬ ਨਹੀਂ। ਲੇਕਿਨ ਇੱਕ ਗੱਲ ਬੜੀ ਦੋਸਤ ਠੋਕ ਵਜਾ ਕੇ ਕਰਦੇ ਨੇ, ਉਹ ਕਹਿੰਦੇ ਨੇ ਜਿਹੜੇ ਸੀਨੀਅਰਸ ਖਾਸ ਤੌਰ 'ਤੇ ਉਹਨਾਂ ਨਾਲ ਇੱਕ ਸ਼ੈ ਆਉਂਦੀ ਹੈ, ਉਹ ਕਹਿੰਦੇ ਜੀ ਮੁਸ਼ਾਇਰਿਆਂ ਦਾ ਉਹ ਮਾਹੌਲ ਨਹੀਂ ਰਿਹਾ ਜਿਹੜਾ ਪਹਿਲੇ ਸੀ। ਹੁਣ ਸਿਰਫ ਸ਼ੋਰ ਸ਼ਰਾਬੇ ਨੇ, ਹੁਣ ਸਿਰਫ ਇੰਟਰਟੇਨਮੈਂਟ ਦਾ ਜ਼ਰੀਆ ਰਹਿ ਗਏ ਨੇ। ਜਿਹੜੇ ਮੁਸ਼ਾਇਰੇ ਹੁੰਦੇ ਸੀ ਜਿਸ 'ਚ ਲੋਕ ਆਪਣੀ ਰੂਹ ਦੀ ਤਸਕੀਨ ਲਈ ਜਾਂਦੇ ਹੁੰਦੇ ਸਨ, ਉਹ ਚੀਜ਼ਾਂ ਨਹੀਂ ਰਹੀਆਂ ਹੁਣ। ਕਿਤਨੇ ਪਰਸੈਂਟ ਇਹ ਕੰਮ ਆਉਂਦਾ ਹੈ? ਮੁਸ਼ਾਇਰਾ ਹੈ ਸਪੋਜ਼ 2 ਘੰਟਿਆਂ ਦਾ ਤਾਂ ਜਿਹੜੀ ਗੱਲ ਤੁਸੀਂ ਕਰਿੰਦੇ ਪਏ ਮੇਰੇ ਖਿਆਲ ਹਾਰਡਲੀ ਕੋਈ 10-15 ਮਿੰਟ ਹੁੰਦਾ ਸੀ ਕਮ, ਬਾਕੀ ਲੋਕ ਮੁਸ਼ਾਇਰਾ ਸੁਣਦੇ। ਇੱਥੇ GC ਫੈਸਲਾਬਾਦ ਦਾ ਇੱਕ ਮੁਸ਼ਾਇਰਾ ਹੈ ਔਰ ਉਹ ਮਤਲਬ ਹੈ ਕਿ ਲੋਕਾਂ ਸੁਣੇ। ਸ਼ੇਰੀ ਮਿਆਰ ਤੇ ਵੀ ਤਾਂ ਗੱਲ ਕਰ ਰਹੇ ਨਾ। ਸ਼ੇਰੀ ਮਿਆਰ ਦੇਖੋ ਨਾ, ਜੇਕਰ ਮੈਂ ਕਾਲਜ ਯੂਨੀਵਰਸਿਟੀ ਤੋਂ ਅਗਰ ਪੇਮੈਂਟ ਗਿਣ ਕੇ ਉੱਥੇ ਮੈਂ ਕਲਾਸਿਕੀ ਸ਼ਾਇਰੀ ਤਾਂ ਨਾ ਸੁਣਾ ਸਕਦਾ ਨਾ। ਉਹ ਕਮਰਸ਼ੀਅਲਿਜ਼ਮ ਦੇ ਨਾਲ ਕੰਪਰੋਮਾਈਜ਼ਸ ਵੀ ਤਾਂ ਸ਼ੁਰੂ ਥੀ वेंदे हैं तो ਕੰਪਰੋਮਾਈਜ਼ ਹੈ ਸਾਰਾ। ਮੈਂ ਸਪੋਜ਼ ਕਿ ਕਾਲਜ ਵਿੱਚ ਵਹਿੰਦਾ ਪਿਆ ਸ਼ੋਰ ਮਚਾ ਰਹੇ ਨੇ, ਮੈਂ ਪਿੱਟ ਥਾਕਾਂ ਵੀ ਯਾਰ ਇਹ ਸ਼ਰਾਰਤ ਅਸਾਂ ਇਸ ਵਜ੍ਹਾ ਤੋਂ ਕਰਾਂਦੇ ਆ ਕਿ ਤੁਸੀਂ ਸਾਡਾ ਬਸ ਸ਼ੇਰ ਸੁਣੋ। ਤੁਸੀਂ ਸ਼ਰਾਰਤ ਤੇ ਪੱਕੇ ਥੀ ਗਏ ਹੋ। ਉਹ ਆਦਨ ਸ਼ਰਾਰਤ ਸੁਣਾਓ, ਉਹ ਜੀਆ ਨਹੀਂ ਤੇ ਮਤਲਬ ਹੈ ਕਿ ਆਂਦਾ ਪਿਆ ਲਾਹੌਰ ਮੈਂ ਤਾਂ ਉਹ ਗੱਲਾਂ ਸੁਣਦੇ ਨੇ। ਉਹ 10-15 ਜਿਹੜੀਆਂ ਮਤਲਬ ਹੈ ਕਿ ਵਾਇਰਲ ਹੈ ਉਹ ਟਾਈਮ ਹੁੰਦਾ। ਅੱਛਾ ਬਾਤ ਉਹ ਗਿਲਾ ਕਰਾਂਦੇ ਪਏ ਹੁੰਦੇ ਨੇ, ਕਮੈਂਟਸ ਵਗੈਰਾ ਸਾਹਮਣੇ ਆਉਂਦੇ ਨੇ ਵੀ ਤੁਸੀਂ ਕੋਈ ਨਵੀਂ ਸ਼ਾਇਰੀ ਕੋਲੋਂ ਪੜ੍ਹਦੇ। ਹਾਂਜੀ ਬਿਲਕੁਲ। ਇਹ ਵੀ ਹੁਣ ਕਲਾਸਿਕੀ ਮਤਲਬ ਹੈ ਕਿ ਜਿਹੜੀ ਕਲਾਸਿਕ ਸ਼ਾਇਰੀ ਮੈਂ ਉਹ ਕਿਸ ਤਰ੍ਹਾਂ ਯੂਥ ਨੂੰ ਸੁਣਾ ਸਕਦਾ। ਯੂਥ ਉਹ ਫਿਲਹਾਲ ਉਹਨਾਂ ਦੀਆਂ ਮੈਂ ਅਰਜ਼ ਕਰ ਚੁੱਕਾ ਕਿ ਥੋੜਾ ਟਾਈਮ ਲੱਗ ਸੀ ਮੇ ਬੀ ਕਿ ਜਿਹੜੇ ਸਾਰੇ ਸ਼ੇਰ ਤੇ ਹੁਣ ਹੁੱਲੜਬਾਜ਼ੀ ਕਰਾਂਦੇ ਪਏ ਤਾਂ ਕੱਲ੍ਹ ਐਸਾ ਕੋਈ ਅੱਛਾ ਸ਼ਾਇਰ ਲੱਗਣ ਹਨ ਕੁਝ ਅਰਸੇ ਬਾਅਦ ਜਿਹੜੇ ਵੇਲੇ ਮੈਚੋਰ ਥੀ ਵੇ ਸਨ, ਯਾਨੀ ਉਹਨਾਂ ਦਾ ਸ਼ੇਰੀ ਜਿਹੜਾ ਮਿਜ਼ਾਜ ਹੈ ਉਹ ਥੋੜਾ ਪੁਖਤਾ ਥੀ ਵੇ ਸੀ, ਸਮਾਤਾਂ ਪੁਖਤਾ ਥੀ ਵੇ ਸਨ। ਉਹ ਥੋੜਾ ਉਸ ਜਿਹੜੀ ਟੀਨਏਜ ਦਾ ਹੈ ਉਸ ਚੋਂ ਨਿਕਲ ਵੇ ਸਨ। तो मैं भी तो को ये मैं को यूं था दी पे के ज़हीर मुहार भी सा कुछ जिया नहीं सुने शायरी तो है। अच्छा थोड़ा आगे बढ़ते हैं। ਤੁਹਾਡਾ जिया नहीं मशहूर हो गया, कह लो कि हर बंदे दे मुंह ते है, मैं भी पढ़िया। अच्छा ਇਹ ਜਿਹੜਾ ਗੁਲੂਕਾਰ ਹੁੰਦੇ ਨੇ ਇਹਨਾਂ ਨੇ ਗਾਇਆ ਹੈ, ਇਹ ਕੋਈ ਤੁਹਾਡੇ ਕੋਲ ਇਜਾਜ਼ਤ ਵਗੈਰਾ ਵੀ ਲੈਂਦੇ ਨੇ ਕਿ ਐਵੇਂ ਉਹ ਹਾਰਮੋਨੀਅਮ ਫੜਿਆ ਤੇ ਦਾ ਤੇਰੇ ਦੀ ਦਾ जिया नहीं दे एक बंदे ना अंतरे चेंज कर देते तो मेरे को वो यूट्यूब रिलीज़ करावना ही वो कंपनी की कॉल आई उस बंदे की भाई ये ज़हीर भाई एक थोड़ा ही गज़ल वायरल है तो एक बंदा रिकॉर्डिंग कर अंतरे चेंज कर देते। मैं उसको फ़ोन किया, मैं गुस्सा किया ज़ाहिर है यार हूँ जी बंदे दी एसेट है या उसका माल है कि तू पुछ तो सही। पहली गल तो यह है, दूजे है कि कम से कम तू चेंज करें मैं तेरे को कोई अगर डिमांड है तो तू मेरे नाल कॉन्टैक्ट करना। तो मैं कहते कोई ज़रूरत कोई नहीं है जिया नहीं जो तू रिकॉर्ड करें कोई रिलीज़ तू ना करा मैं 3 दिन में काम कोई ना कर सका। कोई भी शहर का कोई बंदा उन्हें नहीं छोड़िया, चाचे को तो मामे को तो कज़न को तो ज़ाहिर छोटे शहरों के विच असां एक दूसरे को जानते होंगे। इतना जिच किया उन्हें मैं को इन दी एंड मैं कहा तू रिलीज़ कर दे।
ਪਤਾ ਨਹੀਂ ਵਦ ਮੈਂ ਤਾਂ ਉਹ ਮਸਰੂਫ ਹੋ ਗਿਆ। ਤਾਂ ਮਿਜ਼ਾਜ ਜਿਹੜੇ ਹਨ ਉਹ ਦੋਸਤਾਂ ਦੇ ਨਹੀਂ ਤੇ ਇਹਦੀ ਕੋਈ ਰਾਇਲਟੀ ਦਾ ਸਿਸਟਮ ਹੈ, ਤੁਹਾਨੂੰ ਕੋਈ ਰਾਇਲਟੀ ਮਿਲਦੀ ਦੇਖੋ ਅੱਜ ਕੱਲ੍ਹ ਤਾਂ YouTube ਦੇ ਉਹ ਜਿਹੜੇ ਵੇਲੇ ਉਹ ਰਿਲੀਜ਼ ਕਰਾਉਂਦੇ ਹਨ ਤਾਂ ਉਸਦੇ ਵਿੱਚ ਲਿਰਿਕਸ ਦੇ ਵੀ ਹੁੰਦੇ ਨੇ, ਤਾਂ ਉਹ ਲੋਕਾਂ ਤੋਂ ਸਾਈਨ ਸ਼ਾਈਨ ਕਰਵਾਉਂਦੇ ਹਨ ਉਹ ਕੋਈ, ਲੇਕਿਨ ਉਹ ਬੜੇ ਮਾਈਨਰ ਜਿਹੀ ਅਮਾਊਂਟ ਮਤਲਬ ਹੈ ਕਿ ਉਹ ਵੀ ਕੁਝ ਚੰਦ ਇੱਕ ਦੋਸਤ ਦਿੰਦੇ ਪੈਣ। ਮੈਂ ਨਾ ਆਉਣਾ ਚਾਹੁੰਦਾ ਕਿਉਂਕਿ ਦੋਸਤਾਂ ਦਾ ਭਰਮ ਹੁੰਦਾ ਤਾਂ ਉਹ ਵੀ ਚੰਦ ਇੱਕ ਲੋਕ ਪੇਮੈਂਟ ਦਿੰਦੇ ਪੈਣ। ਅੱਛਾ ਇੱਕ ਮਜ਼ੇ ਦੀ ਗੱਲ ਹੈ ਕਿ ਇੱਥੇ ਜਿਹੜੇ ਵੇਲੇ ਲਾਹੌਰ ਰਿਕਾਰਡਿੰਗ ਵਾਸਤੇ ਆਉਂਦੇ ਨੇ ਦੋਸਤ ਸਾਰੇ, ਇੱਕ ਚੂੰਕਿ ਜਨਰਲ ਟੌਪਿਕ ਹੈ ਤਾਂ ਮੈਂ ਉਸ ਉੱਤੇ ਗੱਲ ਕਰਨਾ ਬਿਲਕੁਲ ਕਰਨੀ ਬਣਦੀ ਹੈ। ਕਤਨ ਕਹਿੰਦੀ ਦਿਲ ਆਜ਼ਾਰੀ ਮਕਸਦ ਨਹੀਂ, ਮਕਸਦ ਹੈ ਕਿ ਮੈਰਿਟਸ ਦੀ ਤੇ ਬੰਦਾ ਕੋਈ ਗਲਤ ਕਰੇ ਨਾ ਯਾਰ। ਇੱਥੇ ਰਿਕਾਰਡਿੰਗ ਕਰਾਉਣ ਆਉਂਦੇ ਨੇ ਉੱਥੋਂ ਮੀਆਂਵਾਲੀ ਚੋਂ ਜਾਂ ਜਿਹੜੇ ਇਲਾਕੇ ਚੋਂ ਨਿਕਲਦੇ ਨੇ ਉੱਥੋਂ ਪਹਿਲੇ ਰਿਕਾਰਡਿਸਟ ਨੂੰ ਪੈਸੇ ਦਿੰਦੇ ਨੇ। ਅੱਛਾ। ਵੱਧ ਵੀਡੀਓ ਵਾਲੇ ਨੂੰ ਵੀ ਪੈਸੇ ਦਿੰਦੇ ਨੇ, ਬਿਲਕੁਲ ਵੱਧ ਮਾਡਲ ਨੂੰ ਵੀ ਪੈਸੇ ਦਿੰਦੇ ਨੇ, ਸੈੱਟ ਦੇ ਵੀ ਪੈਸੇ ਦਿੰਦੇ ਨੇ, ਈਵਨ ਟਰਾਂਸਪੋਰਟੇਸ਼ਨ ਵੀ ਦਿੰਦੇ ਨੇ। ਲੇਕਿਨ ਜਿਹੜਾ ਬੇਸਿਕ ਕੰਮ ਕਰਦਾ ਹੈ ਸ਼ਾਇਰ, ਕਿਉਂਕਿ ਸਾਡਾ ਸ਼ਾਇਰ ਉਹ ਇੱਕ ਵਕਤ 'ਚ ਕਿਤਨੇ ਕੰਮ ਕਰਦਾ ਪਿਆ, ਉਹ ਮੌਸੀਕਾਰ ਵੀ ਹੋਏ ਚूंकि ਸਾਰੇ ਕੋਲ ਤਾਂ ਬਾਕਾਇਦਾ ਮੌਸੀਕਾਰ ਤਾਂ ਹੈ ਹੀ ਕੋਈ ਨਾ, ਕਿ ਕੋਈ ਰਸ਼ੀਦ ਅਤਰੇ ਸਾਹਿਬ ਜੇ ਬੰਦਾ ਸਾਰੇ ਕੋਲ ਬੈਠਾ ਹੋਵੇ ਕਿਉਂਕਿ ਸਿੰਗਰ ਕੋ ਆਦਾ ਵੇ ਜ਼ਹੀਰ ਮੁਹਾਰਵੀ ਕੋ ਸਾਰੇ ਯਾਰ ਮੈਂ ਉਹਦੇ ਕੋਲ ਕੰਮ ਗਿਣਨੇ, ਸ਼ਾਇਰ ਕੋਲ ਕੰਮ ਤਾਂ ਮੌਸੀਕਾਰ ਗਿਣਨਾ ਹੁੰਦਾ ਨਾ। ਅਸਾਂ ਮੌਸੀਕਾਰ ਦਾ ਕੰਮ ਵੀ ਕਰਿੰਦੇ ਪਏ ਹੁੰਦੇ ਆ, ਲਿਰਿਕਸ ਵੀ ਦੇਦੇ ਪਏ ਹੁੰਦੇ ਆ, ਵਤ ਅਸਾਂ ਐਡੀਟਿੰਗ ਵੀ ਦੇਦੇ ਪਏ ਹੁੰਦੇ ਆ, ਅਸਾਂ ਤਲਫਜ਼ ਵੀ ਦੇਦੇ ਪਏ ਹੁੰਦੇ ਆ, ਸਾਰਾ ਕੰਮ ਅਸਾਂ ਆਪ ਕਰਕੇ ਰਹਿੰਦੇ ਆ। ਮੈਕਸੀਮਮ ਕੇਸਿਸ ਵਿੱਚ ਥੀਂਦੇ ਪਏ, ਮੇ ਵੀ ਕੋਈ ਇੱਕ ਅੱਧਾ ਹੋਵੇ ਕਿ ਜਿਹੜੇ ਤਾਂ ਮੇਰੇ ਕੋ ਇਲਮ ਨਾ ਹੋਵੇ, ਤਾਂ ਮੈਕਸੀਮਮ ਮੈਜੋਰਿਟੀ ਇਹ ਥੀਂਦੇ। ਤਾਂ ਇੱਕ ਸੌਂਗ ਪਲੇਟ 'ਚ ਰੱਖ ਕੇ ਦੇਂਦਾ ਪਿਆ ਜਿਹੜਾ ਬੰਦਾ, ਤਾਂ ਉਸ ਕੋ ਇੱਕ ਮਾਈਨਰ ਜੇ ਅਮਾਊਂਟ ਜਾਂ ਮਤਲਬ ਹੈ ਕਿ ਸੌਂਗ ਤੋਂ ਬਾਅਦ ਉਹ ਕੋਈ सोशल मीडिया से शोर शराबा पैदा तो उसको कोई थोड़ी ये अमाउंट दे के राज़ी कर देता। लेकिन मेरा ये मानना है कि शायर को वो बाकायदा हर प्रोजेक्ट बतौर शेयर होल्डर माइनर जी भी होवे तो शेयर होल्डर रखा बने, ਉਹਦੇ ਜਿਹੜੇ ਲਿਰਿਕਸ ਦੇ ਰਾਈਟਸ ਹਨ ਜਾਂ ਲਿਰਿਕਸ ਦੀ ਜਿਹੜੀ ਇਨਕਮ ਆਉਂਦੀ ਪਈ ਹੈ ਐਟਲੀਸਟ ਉਸਕੋ ਦੇਣ ਤਾਂ ਕਿ ਉਹ ਖੁਸ਼ ਥੀਵੇ, ਕੱਲ ਉਹਨਾਂ ਕੋ ਕੋਈ ਅੱਛੀ ਸ਼ਾਇਰੀ ਦੇਵੇ। ਤਾਂ ਇਹ ਮਾਮਲਾ ਬੜਾ ਅਜੀਬ ਜਿਹਾ ਹੈ ਦੋਸਤ। ਨਹੀਂ ਤੇ ਇਹਦੇ ਵਾਸਤੇ ਕੀ ਹਿਕਮਤ ਅਮਲੀ ਕੀ ਹੋਣੀ ਚਾਹੀਦੀ? ਤੁਸੀਂ ਹੁਣ ਇਤਰਾਜ਼ ਰੋਕ ਦਿੱਤਾ, ਤੁਸੀਂ ਆਪਣਾ ਜਿਹੜਾ ਇੱਕ ਸਟਾਂਸ ਲੋਕਾਂ ਦੇ ਸਾਹਮਣੇ ਰੱਖ ਦਿੱਤਾ, ਲੇਕਿਨ ਅਮਲੀ ਤੌਰ ਤੇ ਇਹਦੇ ਤੇ ਕੀ? ਬੜਾ ਆਸਾਨ ਹੈ ਨਾ ਹੁਜ਼ੂਰ, ਅਮਲੀ ਤੌਰ ਤੇ ਅਗਰ ਤੁਸੀਂ ਤੇ ਮੈਂ ਇੱਕ ਟੌਪਿਕ ਤੇ ਬੈਠੇ ਹਾਂ ਔਰ ਅਸਾਂ ਕਿ ਨਤੀਜੇ ਤੇ ਤਾਂ ਪਹੁੰਚ ਸਕਦੇ ਹਾਂ ਨਾ। ਬਿਲਕੁਲ ਸਹੀ। ਇਸ ਦੇ ਵਿੱਚ ਕਿਹੜੀ ਗਵਰਨਮੈਂਟ ਇਨਵੋਲਵ ਹੈ? ਇੱਕ ਬੰਦੇ ਦਾ ਪਰਸਨਲ ਚੈਨਲ ਹੈ, ਠੀਕ ਹੈ, ਕਮਰਸ਼ੀਅਲ ਚੈਨਲ ਹੈ, ਉਹ ਕੋਈ ਖੈਰਾਤੀ ਇਦਾਰਾ ਵੀ ਨਹੀਂ, ਤੂੰ ਅਮਾਊਂਟ ਆਂਦੀ ਹੈ। ਤਾਂ ਉਹ ਜਿਹੜੇ ਲਿਰਿਕਸ ਦੇ ਹਨ ਅਮਾਊਂਟ ਹੈ ਜਿਹੜੀ ਜਾਂ ਉਸਦੇ ਜਿਹੜਾ ਬੈਨੀਫਿਟਸ ਆਉਂਦੇ ਪਏ ਨੇ, ਅੱਛਾ ਜਿਹੜਾ ਮੈਟ ਹੈ ਉਹਦੇ ਵਿੱਚ ਉਹ ਟਿਕਟੌਕ ਤੋਂ ਜਿਹੜੀ ਵਾਇਸ ਦੀ ਇਨਕਮ ਆਉਂਦੀ ਹੈ ਨਾ ਬੇਸਿਕਲੀ, ਤਾਂ ਠੀਕ ਹੈ, ਕੋਈ ਰਾਗ ਤਾਂ ਨਹੀਂ ਗਾਉਂਦਾ ਪਿਆ ਹੁੰਦਾ ਨਾ ਸਿੰਗਰ, ਸ਼ਾਇਰੀ ਗਾ ਰਿਹਾ। ਕੋਈ ਸ਼ਾਇਰ को अगर 10-15 हज़ार रुपया ਉਹਨੇ ਪਕੜਾ ਦਿੱਤਾ ਹੈ तो तू अगर उस करोड़ा कमाए तो कम से कम इखलाकन भी कम से कम मतलब है कि मेरी गज़ल तू ਜਿਹੜਾ ਬੰਦਾ ਵਾਇਰਲ थे उसको इतनी तौफीक नहीं दी थी खुदा कि वो आके ज़हीर भाई मैं छोटा हाँ तुसां वड्डे हो और ये एक पेंसिल जी मैं तुहारे वास्ते गिन के आया और तुसां कोई होर भी शय मेरे को लिख दो, मेरे को दुआ दो, इतनी तौफीक तो है को ना। इखलाकी पस्ती ਦਾ ਮਤਲਬ ਇੱਕ ਹੋਰ ਕਿਹੜਾ ਰਵੱਈਆ ਹੋ ਸਕਦਾ? ਅੱਛਾ ਤੇ ਜਿਹੜਾ ਮੈਂ ਤੁਹਾਡੇ ਕੋਲ ਇੱਕ ਇਸੇ ਤਨਾਜ਼ਰ 'ਚ ਸਵਾਲ ਕਰ ਰਿਹਾ ਕਿ ਮਤਲਬ ਜਿਹੜੀ ਸ਼ੋਹਰਤ ਹੈ, ਤੁਸੀਂ ਕੀ ਸਮਝਦੇ ਸ਼ੋਹਰਤ ਨਾਲ ਤੁਹਾਨੂੰ ਜ਼ਾਤੀ ਤੌਰ ਤੇ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ? ਨਹੀਂ ਫਾਇਦਾ ਤੇ ਹੋਇਆ ਨਾ ਜੀ। ਹਾਂ ਫਾਇਦਾ ਮੇਰੇ ਕੋਲ ਜ਼ਿਆਦਾ ਨਹੀਂ ਹੋਇਆ। ਕਿਉਂਕਿ ਗਾਣੇ ਵਾਇਰਲ ਹੋਣੇ ਆ, ਵਾਇਰਲ ਹੋਣ ਤੋਂ ਮਤਲਬ ਮੈਂ ਵੈਸੇ ਇੱਕ ਗੱਲ ਇਸ ਤਨਾਜ਼ਰ 'ਚ ਕਹਿਣਾ, ਕਈ ਲਫ਼ਜ਼ ਨੇ ਉਹ ਤੁਹਾਡਾ ਅੰਦਾਜ਼ ਹੈ, ਮਤਲਬ ਜੀਆ ਜੀਆ ਰੀਆ ਨਹੀਂ, ਤੁਹਾਡਾ ਅੰਦਾਜ਼ ਹੈ ਅਸਲ ਵਿੱਚ ਜਿਹੜਾ ਤੁਹਾਡੀ ਵਾਇਰਲ ਹੋਣ ਦੀ ਵਜ੍ਹਾ ਉਹਦੀ ਉਹ ਤੁਹਾਡਾ ਅੰਦਾਜ਼ ਹੈ। ਸ਼ੇਰ ਤੋਂ ਬਾਅਦ ਤੁਹਾਡੇ ਅੰਦਾਜ਼ ਦੀ ਵਜ੍ਹਾ ਤੋਂ ਚੀਜ਼ ਵਾਇਰਲ ਹੋ ਰਹੀ ਹੈ। ਤੇ ਮੇਰਾ ਨਹੀਂ ਖਿਆਲ ਕਿ ਉੱਥੇ ਕਿਸੇ ਸਿੰਗਰ ਦੀ ਇਨਵੋਲਵਮੈਂਟ, ਫਿਰ ਸਿੰਗਰ ਨੇ ਉਹਨੂੰ ਚੁੱਕਿਆ ਤੇ ਉਹਨੇ ਕਿਤੇ ਹੋਰ ਪਹੁੰਚਾ ਦਿੱਤਾ। ਅੱਛਾ ਥੋੜਾ ਜਿਹਾ ਨਾ ਮੈਂ ਤਫਸੀਲ ਦੇ ਨਾਲ ਤੋਂ ਬੇਸਿਕਲੀ ਜਿਹੜੇ ਵੇਲੇ ਅਸਾਂ ਮੈਂ ਸ਼ਾਇਰੀ ਸ਼ੁਰੂ ਕੀਤੀ ਤਾਂ ਉਸ ਟਾਈਮ ਹੁਣ ਵੀ ਮਾਸ਼ਾਅੱਲਾ ਸਰਾਇਕੀ ਦਾ ਸਾਡਾ ਗੀਤ ਪੂਰੀ ਦੁਨੀਆ ਦੇ ਵਿੱਚ ਸੁਣਾ ਜਾਂਦਾ। ਬਿਲਕੁਲ। ਔਰ ਇਸੇ ਤਰ੍ਹਾਂ ਗੀਤ ਜ਼ਿਆਦਾਤਰ ਚੰਦ ਦੋਸਤ ਹਨ ਔਰ ਹੁਣ ਵੀ ਹਨ ਉਹ ਗਜ਼ਲ ਲਿਖਦੇ ਹਨ ਔਰ ਹੁਣ ਵੀ ਗਜ਼ਲ ਆਦੇ ਨੇ, ਲੇਕਿਨ ਪ੍ਰੋਪਰ ਬਤੌਰ ਆਰਟ ਜਿਹੜਾ ਨਾ ਉਹ ਸਾਰੇ ਪ੍ਰੋਫੈਸਰ ਹਨ, ਸਾਰੇ ਮੁਹਤਰਮ ਪ੍ਰੋਫੈਸਰ ਸਲੀਮ ਅਹਿਸਨ ਸਾਹਿਬ, ਤਾਂ ਉਹਨਾਂ ਮਤਲਬ ਹੈ ਕਿ ਗਜ਼ਲ ਦੀਆਂ 2-3 ਕਿਤਾਬਾਂ ਉਹਨਾਂ ਦੀਆਂ ਛਪੀਆਂ ਹਨ ਔਰ ਉਹਨਾਂ ਕੋ ਬੜਾ ਮਤਲਬ ਹੈ ਕਿ ਉਸ ਟਾਈਮ
ਦੇ ਬੜਾ ਰਿਸਪੌਂਸ ਵੀ ਮਿਲਾ ਔਰ ਬੜਾ ਉਹਨਾਂ ਅੱਛਾ ਕਹੋ ਯਾਰ ਉਹ ਨਾ ਕरें ਤਾਂ ਅਸਾਂ ਕਿਹੜਾ ਲਿਖਦੇ ਪਏ ਉਸ ਲੇਕਿਨ ਜਿਹੜੇ ਵੇਲੇ ਮੈਂ ਗਜ਼ਲ ਸ਼ੁਰੂ ਕੀਤੀ ਉਸ ਟਾਈਮ ਪ੍ਰੋਪਰ ਗਜ਼ਲ ਦਾ ਬੰਦਾ ਕੋਈ ਨਹੀਂ ਕਿਉਂਕਿ ਸਲੀਮ ਸਾਹਿਬ ਵੀ ਸਲੀਮ ਹਸਨ ਸਾਹਿਬ ਵੀ ਉਹ ਬਿਲਕੁਲ ਸ਼ਾਇਰੀ ਤਰਕ ਕਰ ਚੁੱਕੇ ਹਨ ਉਹ ਸਾਰਾ ਉੱਥੇ ਸਵਾਲ ਇਹ ਪੈਦਾ ਥੀਂਦੇ ਵੀ ਅਗਰ ਇੱਕ ਬੰਦੇ ਵਾਇਰਲ ਹੋਣੇ ਹੈ ਤਾਂ ਉਹ ਗਜ਼ਲ ਦੀ ਸਿਨਫ ਕਿਉਂ ਚੁਣੇ ਸੀ ਕਿ ਜਿਹੜੇ ਕੋ ਨਾ ਸਰਾਇਕੀ ਦਾ ਮੁਸ਼ਾਇਰਾ ਦਸਤਿਆਬ ਹੈ ਤੇ ਨਾ ਸਿੰਗਰ ਉਹਦੀ ਗਜ਼ਲ ਗਾ ਸਕਦੇ ਇਹ ਇੱਕ ਹੋਰ ਬੇਸਿਕਲੀ ਮੇਰੇ ਜਿਤਨੇ ਦੋਸਤ ਹਨ ਉਹ ਸਾਰੇ ਉਰਦੂ ਸ਼ਾਇਰ ਹਨ ਜ਼ਿਆਦਾਤਰ ਤਾਂ ਉਹ ਮਤਲਬ ਹੈ ਕਿ ਉਰਦੂ ਗਜ਼ਲ ਬੜੀ ਅੱਛੀ ਆਦੇ ਹਨ ਤਾਂ ਉਹਨਾਂ ਦੇ ਨਾਲ ਰਾਹ ਕੇ ਨਾ ਮੇਰੇ ਕੋ ਇੱਕ ਆਈਡੀਆ ਹੋਇਆ ਹੈ ਕਿ ਕਿਸ ਕਿਸਮ ਦਾ ਸਰਾਇਕੀ ਦੇ ਵਿੱਚ ਕੰਮ ਕੀਤਾ ਬਣ ਸਕਦਾ ਅੱਛਾ ਪਰ ਡਾਇਲੈਕਟ ਦਾ ਮਸਲਾ ਹੀ ਲਹਿਜੇ ਦਾ ਹਰ 10-15 ਕਿਲੋਮੀਟਰ ਬਾਅਦ ਲਹਿਜਾ ਤਬਦੀਲ ਥੀਂਦਾ ਪਏ ਅੱਛਾ ਹਰ ਦੋਸਤ ਕਲੇਮ ਕਰਿੰਦਾ ਕਿ ਯਾਰ ਇਹ ਅਸਲ ਜਿਹੜਾ ਲਹਿਜਾ ਹੈ ਸਰਾਇਕੀ ਦਾ ਉਹ ਮਿਸਾਲ ਦੇ ਤੌਰ ਤੇ ਡੀ ਜੀ ਖਾਨ ਦੇ ਦੋਸਤ ਆਦੇ ਨੇ ਸਾਡਾ ਮੁਲਤਾਨ ਕਲੇਮ ਕਰਿੰਦੇ ਸਾਰੀ ਬਾਵਲਪੁਰ ਕਰਿੰਦੇ ਡੇਰਾ ਇਸਮਾਈਲ ਖਾਨ ਕਰਿੰਦੇ ਮੀਆਂ ਵਾਲੀ ਕਰਿੰਦੇ ਇਸ ਵਜ੍ਹਾ ਤੋਂ ਕਿ ਭਾਈ ਗੀਤ ਤਾਂ ਸਾਰਾ ਸੁਣਾ ਵੈਂਦਾ ਪੂਰੀ ਦੁਨੀਆ ਸਾਕੋ ਸੁਣਦੀ ਪਈ ਹੈ तो बेसिक लहजा ਤੁਹਾਡਾ ਕਿਤੋਂ ਥੀ ਗਿਆ ਇਤਰਾਜ਼ਾਤ ਤਾਂ ਹਨ ਨਾ ਇਸ ਬਿਲਕੁਲ ਵਾ ਤੋ ਅਲੱਦਾ ਜਿਹੜਾ ਨਾ ਇੱਕ ਲਹਿਜਾ ਸਮਝ ਗਏ ਨਾ ਜਾਂ ਅਲੱਦਾ ਇੱਕ ਜ਼ੁਬਾਨ ਤਖਲੀਕ ਕਰਨੀ ਪੈ ਗਈ ਬਈ ਐਸਾ ਕਾਮਨ ਲਹਿਜਾ ਜਿਹੜਾ ਹਰ ਜਾਤੇ ਸਮਝਾ ਵਣੇ ਔਰ ਬੋਲ ਵਣੇ ਅੱਛਾ ਦੂਜਾ ਇੱਕ ਹੋਰ ਵੀ ਮਾਮਲਾ ਇਹੜੀ ਲਹਿਜੇ ਤਬਦੀਲ ਥੀਂਦੇ ਨਾ ਤੋ ਜਿਹੜੇ ਵੇਲੇ ਕਾਗਜ਼ ਜਾਂਦੇ ਨਾ ਤੋ ਹਿੱਕਾ ਆਉਂਦਾ ਜਦੋਂ 5 ਇਲਾਕਿਆਂ ਦੇ ਲਿਖਣਾ ਸ਼ੁਰੂ ਕਰੋ ਨਾ ਜਿਹੜੇ ਵੇਲੇ ਪੇਪਰ ਤੇ ਆ ਸੀ ਨਾ ਭਾਈ ਉਹ ਲਹਿਜਾ ਇੱਕ ਹੀ ਹੋ ਸੀ ਕਿ ਖਾਮਖਾ ਦੀ ਮਤਲਬ ਹੈ ਕਿ ਮਾਮਲੇ ਹੁਣ ਮੀਆਂ ਵਾਲੀ ਦਾ ਲਹਿਜਾ ਜਿਹੜੇ ਵੇਲੇ ਆਂਦਾ ਜਿਹੜੇ ਵੇਲੇ ਪੇਪਰ ਤੇ ਕੋਈ ਜ਼ੁਬਾਨ ਆਂਦੀ ਹੈ ਤਾਂ ਉਹ ਆਪਣੇ ਪੂਰੇ ਵਜੂਦ ਦੇ ਨਾਲ ਆਂਦੀ ਹੈ ਉਸਦੀ ਮਲਾ ਕਿਥੋਂ ਸ਼ਕੀਲ ਥੀਂਦੀ ਪਈ ਹੈ ਠੀਕ ਹੈ ਉਸਦੇ ਮੁਹਾਵਰੇ ਤਾਂ ਪੂਰੀ ਜ਼ੁਬਾਨ ਆਂਦੀ ਹੈ ਨਾ ਪੇਪਰ ਦੇ ਉੱਤੇ ਬਿਲਕੁਲ ਇਸੇ ਤਰ੍ਹਾਂ ਠੀਕ ਹੈ ਅੱਛਾ ਇਹ ਚੁੱਕੇ ਲਿੰਗੁਇਸਟਿਕ ਦਾ ਮਾਮਲਾ ਹੈ ਹੁਣ ਸਾਰੇ ਕੋਲ ਜਿਹੜੀਆਂ ਸੌਤਾਂ ਹਨ ਉਹ ਮਤਲਬ ਕਿ ਬਾਕੀ ਦੋਸਤ ਨਹੀਂ ਬੋਲ ਸਕਦੇ ਤਾਂ ਅਸਾਂ ਬੋਲ ਸਕਦੇ ਹਾਂ ਹੁਣ ਉਹਦੀ ਇੱਕ ਪੂਰੀ ਆਪਣੀ ਗ੍ਰਾਮਰ ਹੈ ਅਗਰ ਉਹ ਦੇਖੋ ਨਾ ਦੋ ਚੀਜ਼ਾਂ ਨਾ ਇੱਕ ਹੈ ਗ੍ਰਾਮਰ ਤੇ ਇੱਕ ਹੈ ਸੌਤ ਇਹ ਦੋ ਸ਼ਈਆਂ ਤੇ ਦੇ ਨਾਲ ਅਸਾਂ ਇੱਕ ਜ਼ੁਬਾਨ ਕੋ ਦੂਜੀ ਜ਼ੁਬਾਨ ਤੋਂ ਨਖੇੜ ਸਕਦੇ ਹਾਂ ਬਈ ਯਾਰ ਕਿਆ ਇਹ ਜ਼ੁਬਾਨ ਫਲਾਣੀ ਔਰ ਇਹ ਜ਼ੁਬਾਨ ਫਲਾਣੀ ਉਹ ਇੱਕ ਸੌਤ ਹੈ ਇੱਕ ਗ੍ਰਾਮਰ ਹੈ ਜਿਹੜੇ ਵੇਲੇ ਸੌਤ ਤਬਦੀਲ ਥੀਂਦੀ ਤਾਂ ਆਟੋਮੈਟਿਕਲੀ ਗ੍ਰਾਮਰ ਵੀ ਤਬਦੀਲ ਥੀ वेंदी ਹੁਣ ਜਿਹੜੇ ਦੋਸਤ ਕੋ ਨਾ ਗ੍ਰਾਮਰ ਦਾ ਪਤਾ ਹੈ ਨਾ ਉਹ ਸੌਤ ਕੋ ਸਮਝ ਪੈ ਸਕਦੇ ਉਹ ਅਜੀਬ ਜਿਹੇ ਦਾਅਵੇ ਕਰਦਾ ਵਧਾਉਂਦੇ ਠੀਕ ਜਿਵੇਂ ਮੇਰੇ ਵਾਲੇ ਦੇ ਵੀ ਮੇਰੇ ਕੋਈ ਦੋਸਤ ਇੱਕ ਨਹੀਂ ਆਖਿਆ ਵੀ ਯਾਰ ਅਸਾਂ ਤਾਂ ਫੋਟੋ ਹਾਰੀਆਂ ਤੂੰ ਕਿਉਂ ਆਦਾ ਸਸਰਾਈ ਕੀਆਂ ਮੈਂ ਕਿਹਾ ਚਲੋ ਤੂੰ ਫੋਟੋ ਹਾਰੀ ਦੀ ਹਰੂਫ ਤਜੀ ਮੇਰੇ ਕੋ ਸੁਣਾ ਦੇ ਉਹ ਅੱਜ ਤੱਕ ਮੇਰੇ ਕੋ ਨਹੀਂ ਮਿਲਾ ਸਹੀ ਤਾਂ ਇਹ ਮਤਲਬ ਹੈ ਕਿ ਜਿਹੜਾ ਡਾਇਲੈਕਟ ਦੀ ਗੱਲ ਥੀਂਦੀ ਪਈ ਆਈ ਕਿ ਅਸਾਂ ਉਹ ਸਫ਼ਰ ਸ਼ੁਰੂ ਕੀਤਾ ਔਰ ਗਜ਼ਲ ਪਪੂਲੈਰਿਟੀ ਤੋਂ ਗੱਲ ਕरें पे ਤਾਂ मैं एक गोल है कि यार गज़ल लिखनी चाहिए और आखनी चाहिए ਬਈ ਔਰ ਸਾਡੇ ਕੁਝ ਆਪਣੇ ਨਹੀਂ ਤੇ ਉਸ ਇਲਾਕੇ 'ਚ ਜਿੱਥੇ ਦੋੜੇ ਤੇ ਮਾਈਏ ਜਿੱਥੇ ਮੈਂ ਕਹਿੰਦਾ ਦੁਨੀਆ ਜਿਹੜੀ ਉੱਡ ਪੈਂਦੀ ਮੁਸ਼ਾਇਰਿਆਂ 'ਚ ਉਸ ਜਗ੍ਹਾ ਤੇ ਬੈਠ ਕੇ ਗਜ਼ਲ ਲਿਖਣਾ ਕਿੱਡਾ ਵੱਡਾ ਚੈਲੰਜ ਅੱਛਾ ਉਹਦੀ ਇੱਕ ਵਜ੍ਹਾ ਹੈ ਨਾ ਸਰ ਸਾਰੇ ਆਪਣੇ ਜਿਹੜੇ ਕਾਬਰੀਨ ਜਿਹੜੇ ਸਾਡੇ ਆਪਣੇ ਦਾਨਿਸ਼ਵਰ ਉਹ ਜਿਹੜੇ ਵੇਲੇ ਉਹ ਨਨ ਕਰਿੰਦੇ ਬਈ ਨਹੀਂ ਸਰਾਇਕੀ ਦੇ ਵਿੱਚ ਤਾਂ ਗਜ਼ਲ ਹੀ ਨਹੀਂ ਲਿਖੀ ਬਣ ਸਕਦੀ ਤਾਂ ਕੌਣ ਕੰਨ ਦੇ ਉੱਤੇ ਸਿਰ ਮਾਰੇ ਬਿਲਕੁਲ ਸਹੀ ਹੈ ਅੱਛਾ ਉਹਨਾਂ ਵੀ ਬਹੁਤ ਸਾਰੇ ਦੋਸਤਾਂ ਲਿਖੀ ਗਜ਼ਲ ਹੈ ਅੱਛਾ ਇਹ ਇਤਰਾਜ਼ ਵੈਸੇ ਤਜਮਲ ਕਰੀਮ ਸਾਹਿਬ ਨੇ ਵੀ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਇਹੀ ਇਤਰਾਜ਼ ਕੀਤਾ ਕਿ ਕਹਿੰਦੇ ਪੰਜਾਬੀ 'ਚ ਵੀ ਨਹੀਂ ਲਿਖੀ ਜਾਂਦੀ ਤਾਂ ਉਹਨਾਂ ਨੇ ਕਿਹਾ ਮੈਂ ਫਿਰ ਲਿਖ ਕੇ ਵਿਖਾਈ ਹੈ ਸਾਕੂ ਇੰਨਾ ਰੱਖਾ ਵੇਂਦਾ ਹੁੰਦਾ ਹਾਂ ਅੱਛਾ ਉਹਨਾਂ ਵੀ ਲਿਖੀ ਹੈ ਗਜ਼ਲ ਹੁਣ ਕਹੇ ਸਿਨਫ ਕੋ मैं डोड़े को ना देवां भई ये नसरी नज़्म है तो मेरे ना देवण दे नाल क्या हो सिंफ तब्दील थी वैसे अच्छा कुछ दोस्त सारे सीनियर्स लिखी गज़ल है वो ना होर दे देता जी तो ना बिया देवण दे नाल कोई सिंफ तब्दील थी वेंदी है तो वो एक मसाइल हन जुबान दे फिर लहजा दे फिर लोग जेड़े हन ना ਉਹ ਬਲਕਿ ਮੈਂ ਤਾਂ 5-7 ਸਾਲ ਗਜ਼ਲ ਲਿਖ ਕੇ ਆਪਣੇ ਆਪ ਨੂੰ ਸੁਣਵੇਂਦਾ ਰਿਹਾ ਮਕਸੂਦ ਵਫਾ ਸਾਹਿਬ ਕਹਿੰਦੇ ਕਈ ਲੋਕ ਨਸਰੀ ਨਜ਼ਮ ਦੇ ਅੰਦਰ ਵੀ ਸ਼ਾਇਰੀ ਕਰ ਜਾਂਦੇ ਤੇ ਕਈਆਂ ਕੋ ਗਜ਼ਲ 'ਚ ਵੀ ਸ਼ਾਇਰੀ ਨਹੀਂ ਹੁੰਦੀ ਉਹ ਤਾਂ ਦੇਖੋ ਨਾ ਜੀ ਇਹ ਤਾਂ ਆਪਣਾ ਮਤਲਬ ਹੈ ਕਿ ਸ਼ੇਰੀ ਵਜਦਾਨ ਹੈ ਹਰ ਆਦਮੀ ਦਾ ਬਿਲਕੁਲ ਹੁਣ ਬਾਜ਼ੂ ਕਦ ਮੁਸ਼ਾਇਰੇ 'ਚ ਬੈਠੇ ਹੁੰਦੇ ਆ ਤੇ ਇੱਕ ਨੌਜਵਾਨ ਆਸੀ ਐਸਾ ਸ਼ੇਰ ਸੁਣਾਉਂਦਾ ਹੈ ਕਿ ਬੰਦਾ ਹੈਰਾਨ ਥੀ ਜਾਂਦਾ ਹੈ ਕਿ ਯਾਰ ਕਮਾਲ ਹੈ ਇਸੇ ਤਰ੍ਹਾਂ ਉਹ ਮੈਂ ਗੁਜ਼ਾਰਿਸ਼ ਕਰਨਾ ਦਾ ਬਿਆਨ ਕਿ ਸ਼ੋਹਰਤ ਜਿਹੜੀ ਹੈ ਨਾ ਉਹ ਇੱਕ ਸੈਕੰਡਰੀ ਚੀਜ਼ ਹੈ ਮੇਰੇ ਨਜ਼ਦੀਕ
ਬਿਲਕੁਲ ਸਹੀ। ਔਰ ਮੇਰੀ ਸ਼ੋਹਰਤ ਦੇ ਨਾਲ ਜਾਂ ਮੇਰੀ ਸ਼ਾਇਰੀ ਦੇ ਨਾਲ ਤਾਂ ਸਭ ਤੋਂ ਜਿਹੜਾ ਮੇਰੇ ਕੋ ਕੁਝ ਬੱਚੇ ਹੈ ਤਾਂ ਉਹ ਇਹ ਹੈ ਕਿ ਮੇਰੀ ਜ਼ੁਬਾਨ को कुछ मिला है वो टुरी है लोगों सुने। ਨਹੀਂ ਤਾਂ ਦੂਸਰਿਆਂ ਨੇ ਜ਼ਿਆਦਾ ਸ਼ੋਹਰਤ ਲਈ ਹੈ ਤੁਹਾਡੀ ਸ਼ਾਇਰੀ ਦੀ। ਨਹੀਂ ਉਹ ਤਾਂ ਬਾਅਦ ਵਿੱਚ ਲਈ। ਅੱਛਾ ਮੇਰੇ ਨਾਲ ਨਾ ਇੱਕ ਕੁਦਰਤੀ ਨਾ ਮੈਂ ਅਕਸਰ ਸਿੰਗਰ ਦੋਸਤਾਂ ਦੇ ਨਾਲ ਖਿਲਦਾ ਵੀ ਰਹਿਣਾ ਵੀ ਯਾਰ ਤੁਸੀਂ ਕੈਸੇ ਲੋਗ ਹੋ। ਹਾਂ ਬਈ ਮੈਂ ਪੜ੍ਹਦਾ ਹਾਂ ਵਾਇਰਲ ਥींदी है ਤੁਸੀਂ ਵਾਜਾ ਚਾ ਗਿੰਦੇ ਹੋ ਸਾਰੇ ਕਿਤਾਬਾਂ ਭਰੀਆਂ ਪਈਆਂ ਤਾਕੂ ਤੋਫੀਕ ਨਹੀਂ ਬਈ ਉਹ ਲੋਕ ਸੁਣਦਾ ਪਏ। ਮੈਂ ਕਿਹਾ ਯਾਰ ਥੋੜੀ ਤਕਲੀਫ ਵੀ ਕਰ ਗਏ ਨੂੰ ਵੀ ਕਿਤਾਬਾਂ ਭਰੀਆਂ ਪਈਆਂ ਹੁਣ 2007 ਦੇ ਵਿੱਚ ਅਤਾ ਮੁਹੰਮਦ ਨਿਆਜ਼ੀ ਸਾਰੇ ਬੜੇ ਮਾਰੂਫ ਸਿੰਗਰ ਹਨ ਭਾਈ ਮੇਰੇ ਤਾਂ ਉਹਨਾਂ ਮਤਲਬ ਹੈ ਕਿ 2007 ਦੇ ਵਿੱਚ ਮੇਰੀ ਪਹਿਲੀ ਗਜ਼ਲ ਗਾਈ ਆਈ ਜੀ। ਪਹਿਲੀ ਕਿਤਾਬ ਦੀ ਗਜ਼ਲ ਹੈ ਜਨੂਨ ਦੀ ਇੰਤਹਾ ਥੀ ਗਈ ਤਾਂ ਵਾ ਦਿਲਦਾਰ ਕੇ ਬਣ ਸੀ ਉਹ ਮਤਲਬ ਗਾਈ ਅਤਾ ਮੁਹੰਮਦ ਨਿਆਜ਼ੀ। ਤਾਂ ਮੈਂ ਤਾਂ ਨਹੀਂ ਆਖਾਂ ਉਹਨਾਂ को महमूद अहमद मरहूम मेरी किताब गिफ्ट की थी ਸਹੀ ਪਹਿਲੀ। ਉਹਦੇ ਵਿੱਚ ਉਹ ਬੰਦੇ ਨੇ ਗਜ਼ਲਾਂ ਅੱਛਾ ਕਰਾਮਤ ਅਲੀ ਖਾਨ ਮੇਰੀਆਂ ਗਜ਼ਲਾਂ ਕੰਪੋਜ਼ ਕਰਕੇ ਉਹ ਬਕਾਇਦਾ ਗਾਈਆਂ ਉਹਨੇ। ਉਹ ਮਿਹਨਤ ਕੀਤੀ ਹੈ ਨਾ। ਤਾਂ ਹੁਣ ਚੂੰਕਿ ਆਸਾਨੀ ਦਾ ਦੌਰ ਹੈ ਔਰ ਲੋਕ ਸੋਸ਼ਲ ਮੀਡੀਆ ਦੇ ਟ੍ਰੈਂਡ ਤੇ ਚੱਲਦਾ ਹੈ ਜਿਹੜੀ ਸ਼ੇ ਟ੍ਰੈਂਡ ਤੇ ਆਵੇਂ ਦੀ ਭਾਵੇਂ ਗਾਉਣ ਦੀ ਹੈ ਤੇ ਭਾਵੇਂ ਨਹੀਂ ਦੋਸਤ ਵਾਜਾ ਲਾਜ਼ਮੀ ਚਾਹ ਕੇ। ਅੱਛਾ ਜ਼ਹੀਰ ਭਾਈ ਥੋੜਾ ਅੱਗੇ ਵਧਦੇ ਹਾਂ। ਹੁਣ ਮੈਨੂੰ ਇੱਕ ਗੱਲ ਦੱਸੋ ਕਿ ਅਸੀਂ ਜਦੋਂ ਕੰਪੋਜੀਸ਼ਨਸ ਦੀ ਗੱਲ ਕਰੀਦੀ ਹੈ ਤੁਸੀਂ ਮਾਸ਼ਾਅੱਲਾ ਕੰਪੋਜ਼ ਵੀ ਕਰ ਰਹੇ ਹੋ ਕੁਛ ਗਜ਼ਲਾਂ ਸਾਰਾ ਕੁਝ ਬਣਾ ਕੇ ਵੀ ਦਿੰਦੇ। ਮੈਂ ਦੇਖਿਆ ਤੁਸੀਂ ਬਕਾਇਦਾ ਉਹ ਜਿਹੜਾ ਨਾਲ ਬਿਠਾ ਕੇ ਤੇ ਸਿੰਗਰ ਨੂੰ ਰਿਹਰਸਲ ਵੀ ਕਰਵਾ ਰਹੇ ਹੁੰਦੇ। ਅੱਛਾ ਇਹ ਜਿਹੜਾ ਦੋਸਤਾਂ ਦੀ ਸ਼ਿਕਾਇਤ ਹੈ ਕਿ ਜ਼ਿਆਦਾਤਰ ਜਿਹੜੀ ਸਰਾਇਕੀ ਦੇ ਅੰਦਰ ਗੀਤ ਗਾਏ ਜਾਂਦੇ ਨੇ ਉਹਦੀਆਂ ਧੁਨਾਂ ਜਿਹੜੀਆਂ ਨੇ ਉਹ ਮਸ਼ਹੂਰ ਗਾਣਿਆਂ ਦੀਆਂ ਧੁਨਾਂ ਚੁੱਕ ਕੇ ਜਿਹੜਾ ਨਾ ਉਹ ਚਲਾਈਆਂ ਜਾਂਦੀਆਂ ਨੇ। ਇਹ ਇਤਰਾਜ਼ ਕਿੰਨਾ ਕੁ ਦਰੁਸਤ ਹੈਗਾ? ਇਹ ਇਤਰਾਜ਼ ਦਰੁਸਤ ਹੈ ਲੇਕਿਨ ਇਹ ਇਤਰਾਜ਼ ਸਭ ਪੂਰੀ ਦੁਨੀਆ ਤੇ ਲੱਗਦਾ ਹੈ ਨਾ ਜੀ। ਤੁਸੀਂ ਇੰਡੀਅਨ ਸੌਂਗ ਸੁਣੋ ਕਿ ਉਹ ਬੇਸਿਕਲੀ ਥੀਂਦਾ ਕਿ ਧੁਨ ਦੇ ਵਿੱਚ ਤੁਸੀਂ ਇੱਕ ਰਾਗ ਦੇ ਵਿੱਚ ਅਗਰ ਰਾਗ ਤਬਦੀਲ ਕੀਤੇ ਧੁਨ ਤਬਦੀਲ ਥੀ वेंदी ठीक है। अच्छा कुछ दोस्तों को एक बाज़ वक़्त इंटरवल अच्छा लग वेंदा इंटरवल ਦੇ ਵਿੱਚ ਅਸਥਾਈ ਯੰਤਰਾ ਕੱਢ ਅਸਥਾਈ ਕੱਢ ਯੰਤਰਾ ਤੇ ਉਹ ਦੂਜਾ ਜਿਹੜਾ ਹਿੱਸਾ ਮੁਕੰਮਲ ਕਰੇ ਸੋ ਧੁਨਾਂ ਤਾਂ ਦੇਖੋ ਨਾ ਜੀ ਕਿਤਨਾ ਮਿਊਜ਼ਿਕ ਥੀ ਗਏ। ਹੁਣ ਸਪੋਜ਼ ਮੈਂ ਆਖਾਂ ਵੀ ਨਹੀਂ ਫਲਾਣੀ ਬਹਿਰ 'ਚ ਨਜਮ ਸ਼ੇਰ ਨਾ ਆਖੇ ਫਲਾਂ ਦੀ ਜ਼ਮੀਨ 'ਚ ਨਜਮ ਸ਼ੇਰ ਨਾ ਆਖੇ ਨਜਮ ਨਵੀਂ ਜ਼ਮੀਨ ਤਖਲੀਕ ਕਰੇ ਨਵੀਂ ਧੁਨ ਉਸਤਾਦਾਂ ਦਾ ਕੰਮ ਹੈ ਔਰ ਬੜਾ ਔਖਾ ਕੰਮ ਹੈ। ਇਹ ਉਹਨਾਂ ਦੋਸਤਾਂ ਦਾ ਕੰਮ ਨਹੀਂ ਬਈ ਜਿਹੜੇ ਮਤਲਬ ਹੈ ਕਿ ਮੌਜੂਦਾ ਸਟਾਫ ਵਿੱਚ ਸਾਡੇ ਬਹੁਤ ਘੱਟ ਦੋਸਤ ਹਨ ਕੁਝ ਚੰਦ ਦੇਖਣ ਕਿ ਜਿਹੜੇ ਆਪ ਕੰਪੋਜੀਸ਼ਨ ਦੇ ਮਾਸਟਰ ਹਨ ਔਰ ਚੂੰਕਿ ਪੂਰੇ ਸਿੰਗਰ ਹਨ ਚੂੰਕਿ ਪੂਰਾ ਸਿੰਗਰ ਔਰ ਪੂਰਾ ਸ਼ਾਇਰ ਹੋਣਾ ਵੀ ਇੱਕ ਨਿਮਤ ਹੈ ਨਾ ਜੀ ਗਨੀਮਤ ਹੈ। ਨਹੀਂ ਤੁਸੀਂ ਇਹਦੀ ਵਜ੍ਹਾ ਇਹ ਤਾਂ ਨਹੀਂ ਸਮਝਦੇ ਕਿ ਕਿਉਂਕਿ ਇੱਕ ਹੀ ਬੰਦਾ ਲਿਖ ਰਿਹਾ ਹੈ ਫਿਰ ਉਹਨੂੰ ਕੰਪੋਜ਼ ਕਰ ਰਿਹਾ ਤੇ ਫਿਰ ਉਸ ਤੋਂ ਬਾਅਦ ਉਹਦਾ ਸਾਰਾ ਸੈਟਅਪ ਬਣਾ ਕੇ ਦੇ ਰਿਹਾ ਤੇ ਫਿਰ ਐਂਡ ਤੇ ਸਿੰਗਰ ਗਾ ਰਿਹਾ ਹੈ ਤੇ ਇਹ ਸਾਰੇ ਕੰਮ ਇੱਕ ਬੰਦੇ ਨੂੰ ਕਰਨੇ ਪੈਂਦੇ। ਇਸ ਵਾਸਤੇ ਉਹ ਆਸਾਨ ਰਸਤਾ ਲੱਭਦਾ ਕਿ ਕਿਸੇ ਚਲਾਵੇਂ ਕੰਮ ਨੂੰ ਚੁੱਕ ਕੇ ਤੋਰੇ। ਨਹੀਂ ਇਹ ਨਹੀਂ ਹੁੰਦਾ। ਅੱਛਾ ਇੱਕ ਨਾ ਸ਼ੁਰੂ ਦੇ ਵਿੱਚ ਤਾਂ ਮਾਮਲਾ ਇਹ ਆਈ ਨਾ ਕਿ ਇੱਕ ਜਿਹੜੀ ਪੁਰਾਣੀ ਧੁਨ ਹੈ ਜਿਹੜੀ ਕਿਹ ਦੌਰ ਸੁਣੀ ਗਈ ਹੈ ਤਾਂ ਉਸ ਨੂੰ ਨਵਾਂ ਕਰਦੇ ਨੇ ਦੋਸਤ ਕਿਉਂਕਿ ਲੋਕਾਂ ਦੀ ਸਮਾਤਾਂ ਦੇ ਵਿੱਚ ਸੌਰੀ ਉਹਨਾਂ ਦੇ ਲਾਸ਼ੂਰ ਦੇ ਵਿੱਚ ਸੇਵ ਹੁੰਦੀ ਹੈ ਤਾਂ ਉਹ ਜਲਦੀ ਨਾ ਉਹ ਸੁਣਦਾ ਧੁਨ ਗੋਲਣ ਦੀ ਕੋਸ਼ਿਸ਼ ਕਰੇ ਨਾ ਸੌਂਗ ਸੁਣ ਦਿੰਦੇ ਪਰ ਥੋੜੀ ਦੇਰ ਬਾਅਦ ਉਹ ਐਨਾਲਿਸਿਸ ਕਰਿੰਦਾ ਵੀ ਯਾਰ ਇਹ ਮਤਲਬ ਹੈ ਕਿ ਫਲਾਣੀ ਧੁਨ ਆਈ ਉਹਦੇ ਉੱਤੇ ਇਹ ਕਿਆ ਹੈ ਕਿਸ ਹੱਦ ਤੱਕ ਇਨਸਾਫ ਕੀਤਾ ਗਿਆ। ਲੇਕਿਨ ਮੈਂ ਜ਼ਾਤੀ ਤੌਰ ਤੇ ਸਮਝੇ ਨਾ ਬਈ ਕਿ ਵਾਇਰਲ ਕੰਪੋਜੀਸ਼ਨ को ਹੱਥ ਪਾਵਣ ਵੀ ਕਹਿੰਦਾ ਕੰਮ ਹੈ ਨਹੀਂ ਉਹਦੀ ਇੱਕ ਵਜ੍ਹਾ ਹੈ ਨਾ ਜਮਾਈ ਮਿਸਾਲ ਦੇ ਤੌਰ ਤੇ ਮੈਂ ਇੱਕ ਵਾਕਿਆ ਯਾਦ ਆ ਗਿਆ ਚੂੰਕਿ ਤੁਸੀਂ ਉਹ ਅਸਾਂ ਗੱਲ ਉਹ ਕਰਿੰਦੇ ਪਏ ਕੁਝ ਪਿਆਰ ਦਾ ਇਤਬਾਰ ਦੇ ਮੇਰੀ ਗਜ਼ਲ ਹੈ ਓਕੇ ਸਾਰੇ ਦੋਸਤ ਹਨ ਤਨਵੀਰ ਅੰਜਮ ਉਹਨਾਂ ਮੇਰੇ ਕੋ ਵਾਇਸ ਨੋਟ ਤੇ ਧੁਨ ਭੇਜੀ ਉਹ ਗਾ ਕੇ ਸਹੀ ਮੈਂ ਕਿਹਾ ਤਨਵੀਰ ਭਾਈ ਇਹ ਕदिया मिल सामल यार वे तो बहुत पुरानी कंपोजिशन है और बड़ी क्लासिकल तो तुसा मतलब है कि बेहतर है कि कंपोजिशन नवी कि भाई देखो तो सही मैं कोशिश करें ना यकीन मनो कि वो पुरानी धुन को नवा उन्हें कीते लेकिन उस पता भी नहीं लगन देता। देखो ना जो सुरते हुए ने राग हुए कितने नहीं कितने कोई शायद टकरा तो वैसे भी बननी लेकिन गल करने का मकसद ये बई उत्थे क्रेडिट बनता है अगर कहीं बहुत वायरल और पुरानी धुन को
ਚਾਹੇ ਔਰ ਉਸ ਦੇ ਨਾਲ ਇਨਸਾਫ ਕੀਤੇ, ਇਹ ਨਹੀਂ ਕਿ ਉਸ ਦੇ ਨਾਲ ਵੀ ਜ਼ਿਆਦਤੀ ਕੀਤੀ। ਤੁਹਾਡੇ ਸਾਹਮਣੇ ਹੈ ਮਤਲਬ ਹੈ ਕਿ ਬਹੁਤ ਆਈ ਗਈ ਯਾदें। हाँ बहुत ठीक है, वो तेरे आबाद वतना ते असां मतलब है कि असां तॾहिं ताईं उसको रिलीज़ नहीं कीता कि जॾहिं ताईं मुतमैन ना थे भी यार चलो साढ़े कोल ਜਿਹੜਾ थींदा है ਤੇ इतने वायरल सॉन्ग ਦੇ ਨਾਲ ਅਸਾਂ ਜ਼ਿਆਦਤੀ ਨਾ ਕਰੋ। ਕੰਪੋਜੀਸ਼ਨ ਭਾਈजान ਪੁਰਾਣੀਆਂ ਨੇ, ਇਹ ਕੋਈ ਕਾਬਿਲ ਇਤਰਾਜ਼ ਚੀਜ਼ ਨਹੀਂ, लेकिन ਇਹ है कि ਉਹ ਕੰਪੋਜੀਸ਼ਨ को अगर वरता है तो ਉਹਦੇ ਨਾਲ ਇਨਸਾਫ ਕਿਤਨਾ ਕੀਤੇ, ਸੇ ਸਵਾਲ ਇਤਨਾ। ਬਾਕੀ ਪੁਰਾਣੀਆਂ ਕੰਪੋਜੀਸ਼ਨਾਂ ਤਾਂ ਸਾਰੀਆਂ ਪਸ਼ਤੋ ਦੀਆਂ ਉਹ ਚੱਲਦੀਆਂ ਪਈਆਂ, ਸਿੰਧੀ ਦੀਆਂ ਉਹ ਚੱਲਦੀਆਂ ਪਈਆਂ ਪੁਰਾਣੀਆਂ, ਸਰਾਇਕੀ ਦੀਆਂ ਰਿਨਿਊ ਥੀਂਦੀਆਂ ਪਈਆਂ। ਪੁਰਾਣੇ ਜਿਹੜੇ ਸੌਂਗ ਹੈ ਉਹ ਸਾਰੇ ਦੋਸਤ ਸੁਣ ਕੇ ਤੈਨੂੰ ਕਿੰਨਾ ਕੁ ਤੁਸੀਂ ਕਿੰਨੇ ਕੁ ਨੰਬਰ ਦਿੰਦੇ ਹੋ ਕਿ ਯਾਰ ਚਲੋ ਗੁੰਜਾਇਸ਼ ਇੰਨੇ ਕੁ ਨੰਬਰ ਦੇ ਦੇਣੇ ਚਾਹੀਦੇ ਨੇ, ਚਲੋ ਠੀਕ ਹੈ ਕੰਮ ਤੁਰਦਾ ਰਹੇ, ਲੇਕਿਨ ਕਿੰਨੀ 1 2 3 ਹਰ ਗਜ਼ਲ ਹੀ ਉਹਦੇ ਇਸੇ ਤਰ੍ਹਾਂ ਚੱਲਦੀ ਰਹੇਗੀ ਤੇ ਫਿਰ ਉਹਨੂੰ ਤੁਸੀਂ ਕਿੰਨਾ ਕੁ ਜਸਟੀਫਾਈ ਕਰੋ? ਕੋਈ ਨਵਾਂ ਕੰਮ ਹੋਏਗਾ ਨਹੀਂ, ਨਵੀਂ ਧੁਨ ਨਹੀਂ ਹੋਏਗੀ, ਨਵੀਂ ਚੀਜ਼ ਨਹੀਂ ਕਿੱਥੋਂ ਹੋਵੇ। ਅਸਾਂ ਪਿਛਲੇ ਇੱਕ ਦਹਾਕਾ ਜਿਹੜਾ ਸਾਲਾਂ ਦਾ ਹੈ ਉਹਦੇ ਵਿੱਚ ਸਾਰੇ ਕੋਲ ਕਿਤਨੇ ਮੌਸੀਕਾਰ ਆਏ ਹਨ। ਹਰ ਬੰਦਾ ਤਾਂ ਸਿੰਗਰ ਹੈ। ਜਿਹੜਾ ਕੋ ਮੌਸੀਕਾਰ ਹੋਣਾ ਚਾਹੀਦਾ ਉਹ ਸਿੰਗਰ ਹੈ। ਜਿਹੜਾ ਕੋ ਮਿਊਜ਼ਿਕ ਅਰੇਂਜਰ ਹੋਣਾ ਚਾਹੀਦਾ ਉਹ ਵੀ ਸਿੰਗਰ ਹੈ। ਜਿਹੜੇ ਕੋ ਸਿਖਾਉਣਾ ਚਾਹੀਦਾ ਮਿਊਜ਼ਿਕ ਉਹ ਆਪ ਵੀ ਸਿੰਗਰ ਹੈ। ਤਾਂ ਦਰਖਤ ਦੇ ਥੱਲੇ ਦਰਖਤ ਨਹੀਂ ਜੰਮਦਾ ਨਾ ਜੀ। ਵੀ ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ। ਮੇਰਾ ਖਿਆਲ ਹੈ ਕਿ ਇਸ ਸਿਚੁਏਸ਼ਨ ਦਾ ਇਹ ਤੋਂ ਬਿਹਤਰ ਐਨਾਲਿਸਿਸ ਨਹੀਂ ਹੋ ਸਕਦਾ ਕਿ ਅਸਲ ਵਿੱਚ ਜਿਨ੍ਹਾਂ ਨੂੰ ਜੋ ਕੰਮ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ, ਆਪਣਾ ਕੰਮ ਨਹੀਂ ਕਰ ਰਹੇ ਨਾ। ਹੁਣ ਮੈਂ ਤੁਹਾਨੂੰ ਅਰਜ਼ ਕਰ ਚੁੱਕਾ ਬਈ ਮੇਰੇ ਕੋ ਬਤੌਰ ਸ਼ਾਇਰ ਜਿਹੜਾ ਮੇਰਾ ਬਿਹਤਰੀਨ ਜੂਜ਼ ਹੈ ਉਹ ਮੇਰੇ ਮੌਸੀਕਾਰ ਕਰਨੇ। ਠੀਕ ਹੈ, ਤਾਂ ਮੇਰੇ ਕੋ ਜਿਹੜੇ ਮੌਸੀਕਾਰ ਦਸਤਿਆਬ ਹੀ ਨਹੀਂ, ਮੈਂ ਮੌਸੀਕਾਰ ਵੀ ਮੈਂ ਹਾਂ, ਉਹਦਾ ਲਿਰਿਕਸ ਰਾਈਟਰ ਵੀ ਮੈਂ ਹਾਂ, ਉਹਦਾ ਮਿਊਜ਼ਿਕ ਅਰੇਂਜਰ ਵੀ ਮੈਂ ਹਾਂ। ਠੀਕ ਹੈ, ਉਹਦੇ ਮਤਲਬ ਹੈ ਕਿ ਉਹਦੀ ਅਦਾਇਗੀ ਵੀ ਮੈਂ ਦੱਸਣੀ ਹੈ। ਤਾਂ ਬਹੁਤ ਘੱਟ ਸਾਰੇ ਦੋਸਤ ਨੇ ਔਰ ਉਹਨਾਂ ਦੀ ਅਦਾਇਗੀ ਬੜੀ ਸ਼ਾਨ। ਬੰਦਾ ਇੱਕ ਦਫਾ ਉਹਨੂੰ ਪੇਪਰ ਦੇ ਦੇ ਯਕੀਨ ਮਨੋ ਹੈਰਾਨ ਕਰ ਦਿੰਦੇ ਨੇ। ਬਿਲਕੁਲ। ਲੇਕਿਨ ਮੈਂ ਮੇਜੋਰਟੀ ਦੀ ਗੱਲ ਕਰਦਾ ਪਿਆ ਕਿਉਂਕਿ ਲੋਗੋਂ ਕੋ ਜਲਦੀ ਹੈ ਜਦ ਬਈ ਲੋਕ ਬਹੁਤ ਉਬਾਲੇ ਹਨ, ਉਹ ਮਿਹਨਤ ਨਹੀਂ ਕਰਨਾ ਚਾਹੁੰਦੇ। ਮੈਂ ਇੱਥੇ ਹੀ ਲਿਆਉਣਾ ਚਾਹ ਰਿਹਾ ਸੀ ਕਿ ਅਸਲ ਵਿੱਚ ਤੁਹਾਡੀ ਜਿਹੜੀ ਸ਼ਾਇਰੀ ਮਸ਼ਹੂਰ ਹੁੰਦੀ ਹੈ, ਇੰਤਖਾਬ ਵੀ ਉਸੇ ਦਾ ਹੀ ਕੀਤਾ ਜਾਂਦਾ ਹੈ, ਫਿਰ ਧੁਨ ਜਿਹੜੀ ਮਸ਼ਹੂਰ ਹੈ ਉਹਦਾ ਇੰਤਖਾਬ ਕੀਤਾ ਜਾਂਦਾ ਤਾਂ ਕਿ ਚੀਜ਼ 'ਚ ਮਿਹਨਤ ਨਾ ਕਰਨੀ ਪਵੇ। ਬਿਲਕੁਲ ਬਿਲਕੁਲ। ਹੁਣ ਦੇਖੋ ਨਾ ਕਿ ਤੁਸਾਂ ਹੁਣ ਉਹ ਮੈਂ ਓਨ ਕਰੇਂਦਾ ਜੀ ਨਹੀਂ ਦੇ ਨਾਲ ਮੈਂ ਅਰਜ਼ ਕਰ ਚੁੱਕਾ ਕਿ ਉਹ ਮੇਰੀ ਜ਼ੁਬਾਨ ਕੋ ਵਧਾਇਆ। ਉਹ ਬਹੁਤ ਸਾਰੇ ਮੁਲਕਾਂ ਦੇ ਵਿੱਚ ਪੂਰੀ ਦੁਨੀਆ 'ਚ ਮੇਰੇ ਕੋ ਫੋਨ ਆਉਂਦੇ ਹਨ, ਤੁਹਾਡੀ ਸਰਾਇਕੀ ਬੜੀ ਸੋਹਣੀ ਹੈ ਯਾਰ, ਤੁਹਾਡੀ ਸਰਾਇਕੀ ਬੜੀ ਸੋਹਣੀ ਹੈ। ਤਾਂ ਮੇਰੇ ਬੜੇ ਸੋਹਣੇ ਆ, ਉਹ ਤਾਂ ਪਤਾ ਨਹੀਂ ਮੈਂ ਹਾਂ ਜਾਂ ਨਹੀਂ, ਲੇਕਿਨ ਇਹ ਹੈ ਕਿ ਉਹ ਜ਼ੁਬਾਨ ਬੜੀ ਸੋਹਣੀ ਹੈ। ਉਹ ਜ਼ੁਬਾਨ ਟੁਰਦੀ ਪਈ ਆਈ। ਅੱਛਾ, ਜ਼ੁਬਾਨ ਦੇ ਨਾਲ ਸ਼ੇਰ ਟੁਰਦਾ ਪਿਆ। ਹੁਣ ਸ਼ੇਰ ਕਹਿ ਜ਼ੁਬਾਨ ਦਾ ਮਰਹੂਨ ਮਿਹਨਤ ਨਹੀਂ ਨਾ। ਦੇਖੋ ਤਜਮੁਲ ਸਾਹਿਬ ਪੰਜਾਬੀ ਦੇ ਵਿੱਚ ਕਿਤਨਾ ਸੋਹਣਾ ਕੰਮ ਕੀਤਾ ਹੈ। ਬਿਲਕੁਲ ਠੀਕ ਹੈ। ਨਸੀਰ ਖਾਨ ਬਲੋਚ ਸਾਹਿਬ ਅੱਲਾ ਬਖਸ਼ ਕਿਤਨਾ ਖੂਸ। ਕਮਰ ਜ਼ਮਾਨ ਭਾਈ ਕਿਤਨੀ ਸੋਹਣੀ ਬੋਲੀ ਆਦੇ। ਰਾਏ ਨਾਸਿਰ ਸਾਹਿਬ ਕਿਤਨਾ ਚੰਗਾ ਸ਼ੇਰ ਆਦੇ। ਠੀਕ ਹੈ। ਹੁਣ ਤਲੇ ਇੱਕ ਜੰਕਸ਼ਨ ਮਚੋਏ ਬਈ ਸਟੇਜ ਦੇ ਉੱਤੇ ਸਿਰਫ ਮਤਲਬ ਹੈ ਕਿ ਹੁਲੜਬਾਜ਼ੀ ਕਰਾਮਣੀ ਤੇ ਕਰਨੀ ਹੈ। ਇਹ ਜ਼ੁਬਾਨ ਦਾ ਕਿਹੜਾ ਕਸੂਰ ਹੈ? ਬਿਲਕੁਲ ਸਹੀ ਹੈ। ਐਟ ਏ ਟਾਈਮ ਉਸੇ ਟਾਈਮ ਦੇ ਵਿੱਚ ਉਹ ਸ਼ੋਰੋ ਗੁਲ ਔਰ ਉਹ ਰਿਕਾਰਡਡ ਮੁਸ਼ਾਇਰਾ ਵਾਲਾ ਮਾਹੌਲ ਵੀ ਮੌਜੂਦ ਹੈ ਤੇ ਉੱਥਾਂ ਹੀ ਤਜਮੁਲ ਕਲੀਮ ਹੀ ਬੈਠਾ ਜਿੱਥੇ ਸਾਰੇ ਕੋਲ ਗੀਤ ਦੀ ਫਿਜ਼ਾ ਹੈ। ਠੀਕ ਹੈ। ਉੱਥੇ ਸਲੀਮ ਹਸਨ ਸਾਹਿਬ ਵੀ ਬੈਠੇ ਹਨ, ਆਪਣਾ ਕੰਮ ਕਰਿੰਦੇ ਬੈਠੇ ਹਨ, ਮੈਂ ਆਪਣਾ ਕੰਮ ਕਰਿੰਦਾ ਬੈਠਾ। ਸਾਡੇ ਕੋਲ ਸਰਾਇਕੀ ਬੈਲਟ ਦੇ ਵਿੱਚ ਚਲੇ ਦਿਓ ਤਾਂ ਉੱਥੇ ਮਤਲਬ ਹੈ ਕਿ ਸਟੇਜ ਵੀ ਉਨਿਆਰ ਮੌਜੂਦ ਆਈ, ਸੈਂਕੜਾ ਸ਼ਾਇਰ, लेकिन अहमद खान तारिक साहब शायरी की थी। ठीक है। तो अपना बंदा हर आदमी अपने माइंड सैट के मुताबिक काम करेंदा बैठा होंगे। बिल्कुल सही। काम जरूरी ये जो हम सोशल मीडिया के नाल एक फ़ायदा तो थी है कि सोशल मीडिया के आवन दे नाल लोगों को पजीराई मिली है, लोग आ गए हैं, लेकिन उत्ते मैरिट्स के भी तो मसाइल हैं ना जी। हुण मिसाल के तौर पर एक मैं तो बड़ी लाइट जी गल सुनवेंदा। एक दिन मैं कोई सिंगर की कॉल आई है तो ਉਹਦੇ ਸਾਜੀ अस्सलाम वालेकुम, मैं कहा वालेकुम सलाम, कि जी को गैब दी कड्डो आ ਵੀ ਵਾਹ ਵਾਹ। मतलब है गैब दी हो कि ਜਿਹੜੀ मैं सवेरे रिकॉर्ड करा ते रातों रात में वायरल हो वञो, सवेरे मैं 5 लाख प्रोग्राम तू गिना वा। बिल्कुल ऐसे देखो ਜਿਹੜੇ ਦੋਸਤ ਮਿਹਨਤ ਕਰਿੰਦੇ ਪਏ ਮੈਂ ਅੱਛਾ ਮੈਂ ਇੱਕ ਗੱਲ ਦੀ ਵਜ਼ਾਹਤ ਕਰ ਦੇਵਾਂ ਕਿ ਮੇਰੇ ਕਤਨ ਇਹ ਚੀਜ਼ਾਂ ਡਿਸਕਸ ਕਰਨ ਦਾ ਮਕਸਦ ਸਿਰਫ ਸ਼ਾਇਰ ਦੀ ਰਿਐਲਿਟੀ ਦੇ ਹਵਾਲੇ ਨਾਲ ਸਵਾਲ ਕਿਤੇ ਮੈਂ ਗੱਲ ਕਰਾਂ। ਉਹਨੇ ਗੁਲਕਾਰ ਹਨ, ਸਿੰਗਰ ਹਨ, ਉਹਨਾਂ ਦੇ ਆਪਣੀ ਫੈਨ ਫੋਲੋਇੰਗ ਹੈ, ਉਹਨਾਂ ਦੀ ਮਿਹਨਤ ਹੈ।
ਠੀਕ ਹੈ। ਬਿਲਕੁਲ ਸਹੀ। ਉਹ ਕਤਨ ਉਹਨਾਂ ਦੇ ਨਾਲ ਮੁਕਾਬਲਾ ਮੈਂ ਨਾ ਕਰਿੰਦਾ ਪਿਆ। ਉਹ ਸ਼ਾਇਰ ਅਗਰ ਸ਼ਾਇਰ ਗਾ ਸਕਿਆ ਤਾਂ ਉਹ ਆਪ ਗਾਵੇ ਪਤਾ ਵਦ ਗੁਲਕਾਰ ਦੀ ਕਿਉਂ ਜ਼ਰੂਰਤ ਪਈ ਹੈ। ਇਹ ਦੋ ਤਰਫਾ ਮਾਮਲਾ ਹੈ। ਲੇਕਿਨ ਇੱਕ ਤਰਫਾ ਦੇ ਵਿੱਚ ਅਗਰ 5 ਲੱਖ ਰੁਪਏ ਇੱਕ ਬੰਦਾ ਕਮਾਉਂਦਾ ਪਿਆ ਤਾਂ 50,000 ਪਰਲੇ ਦਾ ਵੀ ਤਾਂ ਯਾਰ ਹੱਕ ਬਣਦਾ। ਬਿਲਕੁਲ ਸਹੀ ਹੈ। ਮਤਲਬ ਕਿਤਨਾ ਇੱਕ ਤੁਸੀਂ ਲਿਵਰੇਜ ਤਾਂ ਦੇਵਣੀ ਪੋਸੀ ਨਾ ਕਿਤਨੇ ਕਿਤੇ ਸਕੋ ਕੰਪੈਰੀਜ਼ਨ ਦਿਲ ਕੱਢਣਾ ਪਏਗਾ। ਹੁਣ ਮਿਸਾਲ ਤੌਰ ਤੇ ਜਿਹੜੇ ਸਾਰੇ ਮਸ਼ਹੂਰ ਸਿੰਗਰ ਹਨ ਦੋਸਤ, ਮੈਂ ਆਪ ਉਹਨਾਂ ਦੀਆਂ ਚੀਜ਼ਾਂ ਸੁਣਦਾ। ਮੈਂ ਆਪ ਉਹਨਾਂ ਦੇ ਨਾਲ ਬੇਕੂ ਬਾਵਣ ਦਾ ਸ਼ੌਕ ਹੈ। ਤੁਸੀਂ ਡਿਠੋ ਸੀ ਮੈਂ ਬਹੁਤ ਸਾਰੇ ਦੋਸਤੋਂ को मिलता। हालांकि बाकायदा गीत निगारी मेरा काम ही नहीं। मैं तो गज़ल का शायर हाँ। लेकिन चूंकि म्यूजिक के नाल मोहब्बत है, अच्छा म्यूजिक करने वाले दोस्तों को मैं मिलता उन्होंने नाल बहाना और कितनी दफ़ा कोई टॉपिक डिस्कस थी मन लगता है तो मैं इग्नोर करेंदा। मैं नहीं यार उन्होंने अपने मामलात मेरा उहदे विच क्या है। लेकिन जिहड़े वेले सोशल मीडिया ते रहदा तो एक शायर है ਉਹ ਇੱਕ ਸਿੰਗਰ ਦੇ ਨਾਲ 5 ਸਾਲ ਕੰਮ ਕਰੇ ਸੀ ਤੇ 4 ਦਿਨ ਬਾਅਦ ਉਹਦੇ ਖਿਲਾਫ ਪੋਸਟ ਲਾਈ ਪਿਓ ਸੀ। ਪਰ ਮਾਮਲਾ ਠੀਕ ਸੀ ਨਹੀਂ, ਤੂੰ ਨਾਲ ਵਧੋ ਸੀ ਵੱਧ 4 ਜਾਣਾ ਕਹੇ ਗੱਲ ਤੂੰ ਉਹ ਇੱਕ ਦੂਜੇ ਦੇ ਨਾਲ ਖੱਟ ਵੜਦੀ ਸੀ। ਉਹ ਦੂਜੇ ਸਿੰਗਰ ਦੇ ਨਾਲ ਵਧੋ ਸੀ ਇੱਕ ਦੂਜੇ ਨੂੰ ਦਿਖਾਉਣ ਵਾਸਤੇ। ਸ਼ਾਇਰ ਸਰਾਈ ਬੈਠੋ ਸੀ ਗੁਲੂਕਾਰ। ਜਦੋਂ ਗੱਲ ਕਰੀਏ ਇੱਕ ਸ਼ਾਇਰ ਹੈ ਤੁਹਾਡੀ ਹੁਣ ਗਜ਼ਲ ਵਾਇਰਲ ਹੁੰਦੀ ਹੈ ਜੀਆ 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 ਨਹੀਂ ਕਿਹਾ ਜਾਂਦਾ ਕਿ ਯਾਰ ਇਹ ਬਸ ਇੱਕ ਗਜ਼ਲ ਤੋਂ ਹਿੱਟ ਹੋ ਗਿਆ ਬੰਦਾ। ਇਹ ਨਹੀਂ ਵੇਖਦੇ ਕਿ ਪਿੱਛੇ ਉਸ ਬੰਦੇ ਨੇ ਪਹਿਲੇ ਕਿੰਨਾ ਕੰਮ ਕੀਤਾ। ਤੇ ਸਾਨੂੰ ਇਹ ਦੱਸੋ ਤੁਸੀਂ ਜੀਆ 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 ਨਹੀਂ ਜਿਹੜੀ ਗਜ਼ਲ ਹੈ ਇਸੇ ਗਜ਼ਲ ਪਹਿਲੀ ਲਿਖੀ ਤੇ ਤੋਂ ਹੀ ਮਸ਼ਹੂਰ ਹੋ ਗਏ। ਅੱਛਾ ਇਹ ਜਿਹੜਾ ਕਮੈਂਟ ਹੈ ਨਾ ਇਹ ਮੇਰੇ ਕੋ ਨਾ ਬੜਾ ਫਾਇਦਾ ਥੀ ਹੈ। ਦੇਖੋ ਮੈਂ ਤਾਂ ਦੁਆ ਕਰਦਾ ਕਿ ਬੰਦੇ को ਰਿਸਪਾਂਸ ਉਸ ਵੇਲੇ ਮਿਲੇ ਕਿ ਜਿਹੜੇ ਵੇਲੇ ਕਿਸੇ ਫਨ ਦੇ ਵਿੱਚ ਤਾਂ ਕੁਝ ਨਾ ਕੁਝ ਆਉਂਦਾ ਹੋਵੇ ਤੁਸੀਂ ਕੁਝ ਕੰਮ ਕਰ ਚੁੱਕੇ ਹੋ। ਬਿਲਕੁਲ ਸਹੀ ਹੈ। ਅਦਰਵਾਈਜ਼ ਇਹ ਸ਼ੋਹਰਤ ਦੀ ਬੰਦੇ ਦੀ ਗੱਲ ਪੈ ਜਾਂਦੀ। ਅਸਾਂ ਇਸ ਵਜ੍ਹਾ ਤੋਂ ਬਚ ਗਏ ਹਾਂ ਕਿ ਉਹ ਥੋੜਾ ਬਹੁਤ 20 ਸਾਲ ਦਾ ਪਿੱਛੇ ਕੰਮ 18 ਸਾਲ ਦਾ ਖੜੋਤਾ 3 ਕਿਤਾਬਾਂ ਖੜੋਤੀਆਂ। ਅੱਛਾ ਉਸ ਵੇਲੇ ਨਾ ਜਿਹੜੀ ਵੇਲੇ ਮੈਂ ਬੜਾ ਇੰਜੋਏ ਕੀਤਾ ਜਿਹੜੇ ਵੇਲੇ ਉਹ ਤਨਕੀਦ ਥੀਂਦੀ ਪਈ ਹੁੰਦੀ ਹੈ ਸ਼ਾਇਰ ਮੇਰੇ ਗੱਲ ਪਏ ਹੋਏ ਹੁੰਦੇ ਹਨ ਬਈ ਇਹ ਕਿ ਜੀ ਇਹ ਜੀ ਜੀਆ ਜੀ ਨਹੀਂ ਤੇ ਜੀ ਖੁਸਰੇ ਨੱਚਦੇ ਵਧੇ ਇਹ ਜੀ ਟਿਕਟੌਕ ਬੜਾ ਗੰਦਾ ਪਲੇਟਫਾਰਮ ਤੇ 4 ਦਿਹਾੜੇ ਬਾਅਦ ਉਹ ਆਪ ਮਤਲਬ ਹੈ ਕਿ ਉਹ ਅਕਾਊਂਟ ਬਣਾ ਕੇ ਔਰ ਆਪਣੀ ਵੀਡੀਓਜ਼ ਲਾਉਣ ਤੇ ਲੱਗੇ ਪਏ ਪੋਜੀਸ਼ਨ ਤੇ ਮਤਲਬ ਹੈ ਕਿ ਆਪਣਾ ਉਹਨਾਂ ਦਾ ਸਟੈਂਡ ਹੈ। ਤਾਂ ਮੈਂ ਉਸ ਟਾਈਮ ਯਾਦ ਆ ਵੀ ਯਾਰ ਦੇਖੋ ਮਾੜੀ ਉਸੀ ਗਜ਼ਲ ਯਾਰ ਮੈਂ ਨਾ ਆਦਾ ਬਈ ਮੈਂ ਕੋਈ ਮਤਲਬ ਹੈ ਕਿ ਕਲਮ ਤਰੋੜ ਦਿੱਤੇ ਤੇ ਫਲਾਣ ਕੀਤੇ ਤੇ ਫਲਾਣ ਕੀਤੇ। ਇੱਕ ਟ੍ਰੈਂਡ ਤਾਂ ਸੈੱਟ ਥੀ ਗਿਆ ਨਾ ਯਾਰ। ਇੱਕ ਮੀਡੀਅਮ ਤੋਂ ਕੋ ਮਿਲੋ ਹੈ ਮੇਰੀ ਗਜ਼ਲ ਮਾੜੀ ਸੀ ਤੁਸੀਂ ਚੰਗੀ ਲਿਖ ਕੇ ਆਓ ਯਾਰ ਤਾਂ ਕੋ ਤੇ ਰਿਸਪੌਂਸ ਮਿਲਦੀ ਕਰਦੇ ਤਾਂ ਤਦੀ ਗਤੀ ਹੋ ਜਾਈ ਵੀ ਸਕੋ ਜਿਹੜਾ ਤਾਂ ਮਜ਼ਾਫਾਤੀਆਂ ਕੋ ਤੇ ਫਲਾਣਾ ਕੋ ਮਸਲੇ ਤਾਂ ਉਹ ਅੱਛਾ ਮੈਂ ਕੋਈ ਗਰੀਬ ਕਮੈਂਟ ਬੜਾ ਨਾ ਖੁਸ਼ ਥਿਆ। आपस ਵਿੱਚ ਨਾ ਦੋਸਤ ਬਹਿਸ ਕਰਿੰਦੇ ਪਏ ਨਾ ਤੇ ਯਾਰ ਇਹ ਜੀਏ ਜੀਏ ਨਹੀਂ ਕੋ ਛੋੜੋ ਯਾਰ ਇਸ ਦੀ ਕਹਿੰਦੀ ਗੁਰਬਤ ਦਾ ਪਰਦਾ ਰੱਖੀਂਦੇ ਤੇ ਗਜ਼ਲ ਲਿਖੋ ਜੀ ਉਹ ਮਸੀਤ ਆਪਣੀ ਤੇ ਰਾਹ ਆਪਣਾ ਹੋਵੇ ਉਹ ਗਜ਼ਲ ਲਿਖੋ ਤੇ ਫਣਾ। ਅੱਛਾ ਉਹ ਆਪਸ ਵਿੱਚ ਉਹ ਗਜ਼ਲਾਂ ਡਿਸਕਸ ਕਰਿੰਦੇ ਪਏ ਸੋਹਣਾ ਤੇਰੀ ਯਾਦ ਜਿਹੜੀਆਂ ਕਿਤਾਬਾਂ ਮਤਲਬ ਕਿਤਾਬਾਂ ਦੇ ਵਿੱਚ ਛਪੇ ਹੋਏ ਤਾਂ ਦੋਸਤ ਇੱਕ ਦੂਜੇ ਕੋ ਆਦੇ ਪੈਣ ਵੀ ਉਸਦੀ ਫਲਾਣੀ ਗਜ਼ਲ ਲਿਖੋ ਤੇ ਫਲਾਣੀ ਚੁੱਕਿਓ ਪਿੱਛੇ ਜ਼ਾਹਿਰ ਕੰਮ ਨਥੀ ਹੋਇਆ ਤਾਂ ਤੂੰ ਸਟੋਰੀ ਉਹ ਸਿਰਫ ਜੀਆ ਜੀਆ ਨਹੀਂ ਤਈ ਹੋ ਗਿਆ। और कतन भी मैं कोई 20 साल पहले प्लान तो नहीं किया भी मैं 2021 ਦੇ ਵਿੱਚ ਜੀਏ ਜੀ ਨੇ ਵਾਇਰਲ ਥੀਵਣੀ ਤੇ ਮੈਂ ਗਜ਼ਲਾਂ ਲਿਖਿਆ ਤਾਂ ਉਹ ਤਾਂ ਉੱਥੇ ਆਣਾ ਤਾਂ ਹੀ ਟਾਈਮ ਲੱਗਿਆ ਨਾ। ਅੱਛਾ ਉਸ ਤਰ੍ਹਾਂ ਕਿਤਾਬਾਂ ਛਪ ਗਈਆਂ ਇੱਕ ਸਦਾਰਤੀ ਅਵਾਰਡ ਵੀ ਮੇਰੇ ਕੋ ਮਿਲ ਗਿਆ। ਉਹਦੇ ਬਾਅਦ ਮੈਂ ਵਾਇਰਲ ਥੀਆਂ ਤਾਂ ਕੋਈ 4 ਗਜ਼ਲਾਂ ਦੋਸਤਾਂ ਕੋ ਸੁਣਾਵਣ ਜੋਗੀਆਂ ਮੇਰੇ ਕੋਲ ਹਨ। ਅਗਰ 4 ਗਜ਼ਲਾਂ ਸੁਣਾਵਣ ਜੋਗੀਆਂ ਨਾ ਹੋਣਾ ਤਾਂ ਉਡਪੁਰ ਗਈਆਂ ਕੂੰਜਾਂ। ਮੇਰੇ ਜਦੋਂ ਕਾਲ ਤੇ ਰਾਬਤਾ ਮੇਰੇ ਪਸੰਦੀਦਾ ਸ਼ੇਰ ਨੇ ਹੈਗੇ ਕਿ ਸੋਹਣਾ ਤੇਰੀ ਯਾਦ ਵਿੱਚ ਵਧਿਆ ਸਵਾਦ ਵਿੱਚ ਪਹਿਲਾਂ ਤੇ ਕੋ ਦੇਖਣਾ ਹੈ ਬਾਕੀ ਗੱਲਾਂ ਬਾਅਦ ਵਿੱਚ। ਤੇ ਗੱਲਾਂ ਅਸੀਂ ਹੁਣ ਅੱਗੇ ਤੋਰ ਰਹੇ ਹਾਂ ਤੇ ਇੱਕ ਜਿਹੜੀ ਗਜ਼ਲ ਹੈ ਉਹਨੂੰ ਗੀਤ ਸਟਾਈਲ ਚ ਗਾਉਣ ਦਾ ਜਿਹੜਾ ਤਜਰਬਾ ਹੈ ਇਹ ਤੁਸੀਂ ਇਹਨੂੰ ਕਿਵੇਂ ਵੇਖਦੇ? ਯਾਰ ਇਹ ਸਭ ਦਾਨਿਸ਼ਤ ਕੀਤਾ ਹੈ। ਮੈਂ ਤਾਂ ਦਾਨਿਸ਼ਤ ਕੀਤਾ ਹੈ। ਦੇਖੋ ਜੀ ਤੁਸੀਂ ਲੋਗੋਂ ਕੋ ਕੋਈ ਚੀਜ਼ ਸੁਣਾਵਣੀ ਹੈ ਤਾਂ ਤੁਸੀਂ ਉਹਨਾਂ ਦੀ ਸਾਈਕੀ ਕਰਨਾ ਉਹ ਸਮਝਦੇ ਪਏ ਤਾਂ ਤੁਸੀਂ ਨਾਕਾਮ ਥੀ ਵੇਸੋ। ਠੀਕ ਹੈ ਕਿਉਂਕਿ ਅਸਾਂ ਲੋਗੋਂ ਕੋ ਗਜ਼ਲ ਦੀ ਆਦਤ ਪਾਵਣੀ ਆਈ ਬਈ ਕਿਸੇ ਤਰੀਕੇ ਲੋਕ ਗਜ਼ਲ ਸੁਣਨ ਤਾਂ ਉਹ ਅਸਾਂ ਇਹ ਦਾਨਿਸ਼ਤ ਕੀਤਾ ਹੈ। ਮਿਸਾਲ ਦੇ ਤੌਰ ਤੇ ਕੋਈ ਕੁਰਬਾਨੀ ਨਾ ਬਣੀ ਗਜ਼ਲ ਦੀ ਕਮ ਅਜ਼ ਕਮ ਕੋਈ ਸ਼ਾਇਰ ਨਾ ਦੇ ਸੀ। ਸਹੀ ਹੈ ਮੈਂ ਇਹ ਸੋਹਣਾ ਤੇਰੀ ਯਾਦ ਚੀਜ਼ ਦੀ ਕੁਰਬਾਨੀ ਦਿੱਤੀ ਹੈ। ਅੱਛਾ ਇੱਕ ਅੱਛਾ ਟ੍ਰੈਂਡ ਸੈੱਟ ਕਰਨ ਵਾਸਤੇ ਬਈ ਜਿੱਥੇ ਅਗਰ ਕੋਈ ਗੀਤ ਲਿਖੇ ਵੈਂਦੇ ਪੈਣ ਵੀ ਢੋਲੇ ਦੇ ਸਕੂਲ ਖੁੱਲ ਗਏ ਤੇ ਢੋਲਾ ਮੇਰਾ ਹਾਈ ਸਕੂਲ ਹੈ ਡਾਵੀਂ ਪੜ੍ਹਦਾ ਹੈ ਤੇ ਇਸ ਕਿਸਮ ਦੀ ਅਗਰ ਸ਼ਾਇਰੀ ਜਿੱਥੇ ਥੀਂਦੀ ਪਈ ਹੋਵੇ ਅੱਛੀ ਥੀਂਦੀ ਪਈ ਹੁੰਦੀ ਹੈ ਲੇਕਿਨ ਕੁਝ ਚੀਜ਼ਾਂ ਇਹ ਥੀਂਦੀਆਂ ਮੈਂ ਬੜਾ ਹੈਰਾਨ ਥੀਂਦਾ ਤਾਂ ਉਹ ਥੋੜਾ ਜਿਹਾ ਟ੍ਰੈਂਡ ਸੈੱਟ ਕਰਨ ਵਾਸਤੇ ਨਾ ਮੈਂ ਗਜ਼ਲ ਦੀ ਕੁਰਬਾਨੀ ਦਿੱਤੀ ਹੈ। ਸਹੀ ਹੈ ਸੋਹਣਾ ਤੇਰੀ ਯਾਦ ਵਿੱਚ ਵਧਿਆ ਸਵਾਦ ਹੈ।
ਹੁਣ ਇਹ ਪਹਿਲੇ ਤੇ ਕੋ ਦੇਖਣਾ ਬਾਕੀ ਗੱਲਾਂ ਬਾਅਦ ਇਹ ਇੱਕ ਮਤਲਬ ਮਤਲਾ ਔਰ ਇੱਕ ਸ਼ੇਰ ਹੈ ਤਾਂ ਉਹ ਇੱਕ ਦੋਸਤ ਆਖਿਆ ਜੀ इसको गावना चाहते हैं मैं एक लम्हे वास्ते भी नहीं सोचा मैं वो धुन ਜਿਹੜੀ ਚਾਈ ਵਧਾਈ ਉਹਦੇ ਉੱਤੇ ਬਕਾਇਦਾ ਉਹਦੇ ਤੱਲੇ ਵੱਲ ਅੰਤਰੇ ਲਿਖੇ अच्छा 4 अंतरे सही और मैं अपने तरफ कोई अच्छा बड़ा वायरल हुआ लोगों सुना बहुत सारे दोस्तों उसको गए एटलीस्ट अच्छी शायरी तो दोस्तों तक पहुंची है ना ਤੁਸੀਂ ਕਈ ਜਗ੍ਹਾ ਤੇ ਜਾ ਕੇ ਸਰਾਇਕੀ ਸ਼ੇਰਾਂ ਨੂੰ ਪੰਜਾਬੀ ਮੋਲਡ ਵੀ ਕਰਕੇ ਦਿੱਤਾ ਹੈ ਕਿ ਤਾਂ ਕਿ ਜਿਹੜੇ ਉਹ ਮਤਲਬ ਪੰਜਾਬੀ ਇਜਾਜ਼ਤ ਦਿੱਤੀ ਹੈ ਵੈਸ ਮੈਂ ਤੂੰ ਪੁੱਛੇ ਉਹ ਸਰਾਇਕੀ ਸੌਂਗ ਆਈ ਉਹ ਆਖਿਆ ਮੈਂ ਗਾਵਣਾ ਚਾਹੁੰਦਾ मैं थोड़ा जैसे तब्दीली करा मैं कहा यार तू तब्दीली कर ठीक है अगर पंजाबी दोस्तों को पसंद आवे सी शायरी तो वो अगर उसकी इमला ही तब्दील करनी है ना तो मसला बेसिकली इमला दा है ये जदा भी केस आंदा है ना जी और मेरे को बड़ा अजीब लगता है दोस्त आपस में लड़ाइयां करने लगे पे होंदे तो वो इमला दा मामला है ना जी इमला मुख्तलिफ है तो ज़बान मुख्तलिफ है ना ठीक है इस केड़ी यार एक दूजे को ओन करने ਅੱਜ ਮੈਂ ਇਨਕਾਰ ਕਰਾਂ ਤਾਂ ਮੈਂ ਕਹਿੰਦੀ ਜ਼ੁਬਾਨ ਦਾ ਕੱਲ ਮੇਰੀ ਜ਼ੁਬਾਨ ਦੀ ਕੋਈ ਇਨਕਾਰ ਕਰੇ ਸੀ ਬਿਲਕੁਲ ਉਹ ਕਹਿੰਦੇ ਕੋ ਤੁਸੀਂ ਬਾੜ ਤਾਂ ਨਾ ਲਾ ਸਕਦੇ ਠੀਕ ਹੈ ਤਾਂ ਉਹ ਅਵੈਸ ਮੇਰੇ ਤੋਂ ਪੁੱਛਾ ਬਈ ਭਾਈ ਉਹ ਮੇਰਾ ਤਾਂ ਡਾਇਲੈਕਟ ਹੀ ਨਹੀਂ ਤੇ ਮੈਂ ਤੇ ਲਫ਼ਜ਼ ਨਾ ਆਖ ਸਕਦਾ ਮੈਂ ਕਿਹਾ ਤੈਨੂੰ ਪਤਾ ਤੂੰ ਕਿਉਂ ਨਹੀਂ ਆਖ ਸਕਦਾ ਲੇਕਿਨ ਮੈਂ ਕਿਹਾ ਤੇਰੀ ਹਰੂਫ ਤਹਜੀ ਹੋਰ ਹੈ ਸਹੀ ਇਸ ਵਜ੍ਹਾ ਤੂੰ ਨਹੀਂ ਆਖ ਸਕਦਾ ਮੈਂ ਕਿਤੇ ਕੋ ਆਖ ਕੇ ਦੇਣਾ ਮੈਂ ਗਾ ਕੇ ਸੁਣਾਇਆ ਕਿ ਭਜਨ ਤੋਂ ਬੜਾ ਮਜ਼ਾ ਆ ਰਿਹਾ ਤੇ ਮੈਂ ਕਿਹਾ ਤੂੰ ਅਗਰ ਇਸ ਤਰ੍ਹਾਂ ਗਾ ਸਕਦਾ ਹੈ तो बिस्मिल्ला तू नहीं गा सकता तो कुछ जिमें दिल आवेगा लेकिन लोगों को अच्छी शायरी सुनाओ यार तो सबको ट्रेंड थोड़े जैसे सेट थी उनको लोगों को म्यारी शायरी सुनाओ अच्छी शायरी सुनाओ म्यारी शायरी का मतलब ये नहीं कि उसको रोमांस ख़त्म कर दो कोई मुख्तलिफ कोई चीज़ कोई ये जी पहले दोस्त ना सुनी हुई होवे कोई दोस्त शायरी के बारे एतराज़ करते हैं वो कहते कि यार हिजर दुख दर्द मसाइल ਕਿਤੇ ਇਹ ਚੀਜ਼ਾਂ ਸ਼ਾਇਰੀ 'ਚ ਜਿਹੜਾ ਕੀ ਕਹਿੰਦੇ ਹੁੰਦੇ ਤੁਹਾਡੇ ਜ਼ਾਤੀ ਮਸਲੇ ਨੇ ਇਹਨਾਂ ਨੂੰ ਤੁਸੀਂ ਨਾ ਲੈ ਕੇ ਆਓ ਤੁਸੀਂ ਰੋਮਾਨਵੀ ਸ਼ਾਇਰੀ ਕਰਿਆ ਕਰੋ ਰੋਮਾਨਵੀ ਸ਼ਾਇਰ ਜਿਹੜਾ ਤਾਂ ਕਿ ਕਹਿ ਲਓ ਕਿ ਮੁਆਸ਼ਰੇ ਦੇ ਅੰਦਰ ਪੋਜ਼ਿਟਿਵਿਟੀ ਆਵੇ ਨੈਗੇਟਿਵਿਟੀ ਫੈਲਾਉਣ ਦੀ ਬਜਾਏ ਤੁਸੀਂ ਪੋਜ਼ਿਟਿਵਿਟੀ ਲਾਓ ਤੁਸੀਂ ਇਹਦੇ ਨਾਲ ਕਿੰਨਾ ਇਤਫਾਕ ਕਰ ਦੇਖੋ ਜੀ ਸ਼ਾਇਰੀ ਤਾਂ ਸ਼ਾਇਰੀ ਦੇ ਵਿੱਚ ਅਗਰ ਤੁਸੀਂ ਜਿਹੜੀ ਗਮ ਦੀ ਕੈਫੀਅਤ ਕੱਢ ਗੰਦੇ ਹੋ ਤਾਂ ਬਚਦੀ ਕੁਛ ਨਹੀਂ ਪਹਿਲੀ ਗੱਲ ਇਹ दूजी गल है कि रोमानवी शायरी करन दी भी कि जे वत तुसा ऐस्ता 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 तो क्लासिकियत नहीं वहंदे हो ये प्रोसेस आलमोस्ट हर शायर दे नाल होंदा है ठीक है मिसाल दे तौर ते मैं पहला शेर आखा जी एक बार एक रात उस जुल्फां के छंडियां एक रात उस जुल्फां के छंडियां हर रात दबोछण काला है वाह मेरा पहला शेर है क्या बात है तो मतलब है कि वो बोछण दे सियारा 2002 दी गल है बोछण दे सियारा जेड़ा है और रात और जुल्फां दा वो एक मखसूस एज दे नाल वाबस्ता है सही ठीक है तो वो मतलब है कि एक ऐसा ऐसा करके लेकिन जेडी कैफियत है गम दी कैफियत है वो बेसिकली बेस है पोइट्री दी बिल्कुल वो ना उसी तो तुसा ਜਿਹੜੀ ਤਾਰੀਫ ਦੀ ਗੱਲ ਕਰਦੇ ਪਏ ਸ਼ੌਕ ਸ਼ਾਇਰੀ ਹੈ ਤੁਸੀਂ ਅੱਛਾ ਉਹ ਨਖੇੜਾ ਕਿ ਨਹੀਂ ਕਰਸਾਂ ਬਈ ਇਹ ਦੁੱਖੀ ਸ਼ਾਇਰੀ ਹੈ ਔਰ ਇਹ ਸੁੱਖੀ ਸ਼ਾਇਰੀ ਹੈ ਉਹ ਦੋਹੀਆਂ ਦੀ ਮੌਜੂਦਗੀ ਜ਼ਰੂਰੀ ਹੈ ਨਹੀਂ ਲੇਕਿਨ ਬੇਸਿਕਲੀ ਜਿਹੜਾ ਵੀ ਸ਼ਾਇਰ ਸ਼ੁਰੂ ਕਰਦਾ ਹੈ ਤਾਂ ਉਹ ਆਲਮੋਸਟ ਅਵਾਮੀ ਰੰਗ ਤੋਂ ਸ਼ੁਰੂ ਕਰਦਾ ਹੈ ਕਿਉਂਕਿ ਅਵਾਮ ਵਿੱਚੋਂ ਨਿਕਲੋ ਤਾਜ਼ਾ ਤਾਜ਼ਾ ਹੁੰਦਾ ਹੈ ਇੱਕ ਸ਼ਾਇਰਾਂ ਦੇ ਬਾਰੇ 'ਚ ਕਿਹਾ ਜਾਂਦਾ ਨਾ ਕਿ ਯਾਰ ਇਹ ਕਿਸੇ ਦਿਲ ਟੁੱਟਣ ਤੇ ਇਹ ਸ਼ਾਇਰ ਬਣਿਆ ਹੈ ਤੇ ਮੈਂ ਤਾਂ ਇਹ ਗੱਲ ਆਦਾ ਬਈ ਅਗਰ ਦਿਲ ਟੁੱਟਣ ਦੇ ਨਾਲ ਔਰ ਮੁਆਸ਼ਕੇ ਕਰਨ ਦੇ ਨਾਲ ਜਾਂ ਇਸ਼ਕ ਕਰਨ ਦੇ ਨਾਲ ਅਗਰ ਕੋਈ ਸ਼ਾਇਰ ਬਣਦਾ ਤਾਂ ਹਰ ਆਦਮੀ ਸ਼ਾਇਰ ਹੋਣਾ ਚਾਹੀਦਾ ਬਸ ਸਿਰਫ ਅਸਾਂ ਕਿਉਂ ਵਧੇ ਤਾਦਾਦ ਵੀ ਤਾਂ ਬਹੁਤ ਹੋ ਗਈ ਨਾ ਸ਼ਾਇਰਾਂ ਕਹਿੰਦੀ ਸ਼ਾਇਰ ਨਹੀਂ ਬਾਦਸ਼ਾਹ ਇਸ਼ਕ ਕਰਨ ਵਾਲੀ ਤਾਦਾਦ ਕਦੇ ਖਤਮ થઈ ਉਹ ਸਾਰੇ ਕਿਉਂ ਸ਼ਾਇਰੀ ਨਹੀਂ ਕਰਦੇ भाई अच्छा चलो सो ऑन भी करें इस काम को तो वाती साथ ते मतलब बतौर दाग ही गल करे ज़हीर मालवी ने किन्ने की इश्क कीते ने इश्क अंजम साहब दा भी शेर है ना ये सख्त मुश्किल में किया हिजर ने आसान मुझे दूसरा इश्क हुआ पहले के दौरान मुझे क्या बात है तो मतलब है कि वो अपने अपने कंसेप्ट ने
ਤਾਂ ਮੁਹੱਬਤ ਤਾਂ ਬੜਾ ਇੱਕ ਲਾਜਵਾਬ ਜਿਹਾ ਜਜ਼ਬਾ ਹੈ। ਮੁਹੱਬਤ ਤਾਂ ਕੋ ਕੰਨ ਦੇ ਨਾਲ ਵੀ ਥੀ वेंदी है, तो पौधों ਦੇ ਨਾਲ ਵੀ ਥੀ वेंदी है, तो ਕੋ ਰਸਤਾਂ ਤੇ ਗੇਲਾਂ ਦੇ ਨਾਲ ਵੀ ਥੀ वेंदी है, तो ਕੋ ਬਾਜ਼ ਔਕਾਤ ਕਿ ਐਸੀ ਸ਼ੈ ਦੇ ਨਾਲ ਥੀ वेंदी ਕਿ ਜਿਹੜੇ ਦਾ ਕੋਈ ਵਜੂਦ ਵੀ ਨਹੀਂ ਹੁੰਦਾ। ਇਨਸਾਨ ਤਾਂ ਪੂਰੇ ਵਜੂਦ ਦੇ ਨਾਲ, ਪੂਰੇ ਭਾਰ ਦੇ ਨਾਲ ਖੜੋਤਾ ਹੈ ਯਾਰ। ਠੀਕ, ਉਸ ਤੋਂ ਕਿਵੇਂ ਮੁਤਾਸਿਰ ਨਹੀਂ ਥੀਂਦਾ ਬੰਦਾ ਥੀਂਦੇ। ਲੇਕਿਨ ਇਹ ਇੱਕ ਹੋਰ ਮਾਮਲਾ ਵੀ ਹੈ ਨਾ ਕਿ ਅਸਾਂ ਜਿਹੜੀ ਸਾਰੀ ਹੁਣ ਜ਼ਗਬੂੰ ਸਾਰੇ ਦੋਸਤ ਸੁਣਦੇ ਪਏ ਸਨ, ਤਾਂ ਸਾਡੇ ਕੋਲ ਜਿਹੜੇ ਕਨਸੈਪਟ ਨੇ ਉਹ ਬੇਸਿਕਲੀ ਕਲੀਅਰ ਨਹੀਂ ਰਿਲੇਸ਼ਨਸ ਗਿਣ ਕੇ। ਅਸਾਂ ਕਿਤੇ ਨਾ ਕਿਤੇ ਉਲਝ ਜਾਂਦੇ ਆ, ਜਿਹਦੀ ਵਜ੍ਹਾ ਤੋਂ ਇਹ ਸਟੋਰੀਆਂ ਤੇ ਰੋਮਣ ਧੋਮਣ ਸ਼ੁਰੂ ਹੁੰਦੇ ਨੇ। ਸਪੇਸ ਨਹੀਂ ਦਿੰਦੇ ਇੱਕ ਦੂਜੇ ਨੂੰ, ਦੋਸਤ ਮੁਸਲਤ ਥੀ ਬਣਨ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਆ ਕੇ ਮਾਮਲਾ ਖਤਮ ਥੀ ਵੰਦੇ। ਤੇ ਬਹੁਤ ਸਾਰੇ ਮਾਮਲਾਤ ਇਸ਼ਕ ਦੇ ਨਾਲ ਜੁੜੇ ਹੋਣ, ਤਾਂ ਕਹਿ ਨਹੀਂ ਤੁਸੀਂ ਕਿ ਹੋਰ। ਅੱਛਾ, ਇੱਕ ਸਾਡੀ ਰਮਾਨਵੀ ਜਿਹੜੀ ਦਾਸਤਾਨਾਂ ਨੇ ਉਹਨਾਂ ਦੇ ਨਾਲ ਇਹ ਕਈ ਦੋਸਤ ਮਜ਼ਾਕ ਦੇ ਤੌਰ ਤੇ ਗੱਲ ਕਰਦੇ ਨੇ, ਕਹਿੰਦੇ ਕਿ ਅਗਰ ਉਹਨਾਂ ਦੀ ਆਪਸ 'ਚ ਸ਼ਾਦੀ ਹੋ ਜਾਂਦੀ ਤੇ ਉਹਨਾਂ ਨੇ ਬਹੁਤ ਜਲਦੀ ਤਲਾਕਾਂ ਹੋ ਜਾਣੀਆਂ ਸਨ। ਤੁਸੀਂ ਇਹਨਾਂ ਕਿੰਨਾ ਇਤਫਾਕ ਕਰ? ਵੈਸੇ ਇਹ ਤਾਂ ਆਪਣੀ 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 ਕੈਪੈਸਿਟੀ ਦੀ ਗੱਲ ਹੈ। ਮੈਂ ਇਹ ਤਾਂ ਕਬਲ ਅਜ਼ ਵਕਤ ਹੈ ਨਾ ਜੀ, ਕਿ ਨਹੀਂ ਇੰਨੀ ਥੀਂਦਾ ਤਾਂ ਇੰਨੀ ਥੀ ਵञा, ਇਵੇਂ न थींदा त बात एज ए लाइटर नोट ਤਾਂ ਸੰਗਿਣ ਸਕਦੇ ਹਾਂ ਇਸ ਗੱਲ ਨੂੰ, ਲੇਕਿਨ ਇਹ ਕੋਈ ਵੈਲਿਡ ਨਹੀਂ। ਯਾਨੀ ਤੁਸੀਂ ਨਹੀਂ ਇਤਫਾਕ ਕਰਦੇ ਕਿ ਨਾ ਉਹਨਾਂ ਦੀ ਗੁਜ਼ਰੇ ਵਾਕਿਆ ਕੋ ਮੈਂ ਕਿ ਨਹੀਂ ਇਹ ਇੰਨੀ ਥੀ ਹੋ ਗਿਆ। ਹਾਂ, ਗੁਜ਼ਰੇ ਵਾਕਿਆ ਸਾਡੀ ਜਿਹੜੀ ਕਿਹਾ ਜਾਂਦਾ ਕਿ ਜ਼ਿਆਦਾਤਰ ਸ਼ਾਦੀਆਂ ਨੇ ਉਹਨਾਂ ਦੇ ਫਲॉप ਹੋਣ ਦੀ ਵਜ੍ਹਾ ਜਿਹੜੀ ਉਹ ਲਵ ਮੈਰਿਜਸ ਜ਼ਿਆਦਾ ਫਲॉप ਇਸੇ ਨਹੀਂ ਹੁੰਦੀ ਕਿ ਓਵਰ ਐਕਸਪੈਕਟੇਸ਼ਨਸ ਹੁੰਦੀਆਂ ਨੇ। ਉਹ ਮੁਹੱਬਤ ਨਹੀਂ ਹੁੰਦੀ ਨਾ ਜੀ। ਹਾਂ, ਉਹ ਤਾਂ ਪਸੰਦੀਦਗੀ ਹੁੰਦੀ ਨਾ ਜੀ। ਅੱਛਾ, ਮੁਹੱਬਤ ਤੇ ਪਸੰਦੀਦਗੀ 'ਚ ਤੁਸੀਂ ਕਿਸ ਤਰ੍ਹਾਂ ਇਹਨੂੰ? ਸਾਡਾ ਇੱਕ ਦੋਸਤ ਸਾਦਾ ਹਾਂ ਯਾਰ, ਮੈਂ ਬੜਾ ਪਰੇਸ਼ਾਨ ਹਾਂ। ਮੈਂ ਕਿਹਾ ਜੀ ਕਿਉਂ? ਅਗੇ ਯਾਰ ਮੈਂ ਲਵ ਮੈਰਿਜ ਕੀਤੀ ਹੈ ਤੇ ਉਹ ਮੇਰੀ ਬੇਗਮ ਹੁਣ ਤੂੰ ਬਦਲ ਗਏ। ਅੱਛਾ। मैं कहते हैं क्या कि मैं कि उसको आके भी यार मैं हूँ शहर छोड़ के गया बे शहर बा के तेको फोन करा राती सही ना, मतलब है कि मामलात अच्छा मैरिज तो बाद मामलात तब्दील थी वेंदे, जिम्मेदारियां आ वेंदियां हैं, चीज़ां तब्दील थी वेंदियां हैं। बस सारे नौजवान जेड़ा ना वो रोमांस वो मतलब है कि जज्बा ਹੁੰਦਾ ਰਹਿੰਦਾ ਤਾਂ ਸਾਰੀ ਜ਼ਿੰਦਗੀ ਹੈ ਨਾ। ਤੁਸੀਂ ਕਹਿੰਦੇ ਨਾਲ ਅਟੈਚ ਹੋਰ ਸਾਰੀ ਜ਼ਿੰਦਗੀ ਵਾਸਤੇ ਤੁਸੀਂ ਉਸ ਬੰਦੇ ਨੂੰ ਓਨ ਕੀਤਾ ਔਰ ਉਹ ਤੁਸੀਂ ਉਹਦੇ ਨਾਲ ਅਟੈਚ ਰਹਿਣ ਦਾ ਇੱਕ ਫੈਸਲਾ ਕੀਤਾ ਔਰ ਫੈਸਲਾ ਵੀ ਹਤਮੀ ਹੈ। ਤਾਂ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ, ਲੇਕਿਨ ਇਹ ਕਿ ਉਹ ਮਾਮਲਾਤ ਐਸੇ ਵਕਤ ਨਾਲ ਔਰ ਮਸਾਇਲ ਦੇ ਨਾਲ ਚੀਜ਼ਾਂ ਤਬਦੀਲ ਥੀਂਦੀਆਂ ਨਹੀਂ ਹੁੰਦੀਆਂ, ਮਾਮਲਾਤ ਤਬਦੀਲ ਥੀਂਦੇ ਪਏ ਹੁੰਦੇ ਨੇ। ਔਰ ਮੇਰੇ ਕੋਲ ਲੱਗਦਾ ਕਿ ਨਜਮ ਯਾਰ ਬੜਾ ਤੂੰ ਤਬਦੀਲ ਥੀ ਗਈ। ਅੱਛਾ, ਤੁਹਾਨੂੰ ਲੱਗਦਾ ਕਿ ਬਾਜ਼ ਔਕਾਤ ਬਲਕਿ ਅਕਸਰ ਸੂਰਤ ਹਾਲ ਦੇ ਅੰਦਰ ਸ਼ਾਇਦ ਦੇਖਣ ਦਾ ਪੈਰਾਮੀਟਰਸ ਚੇਂਜ ਹੁੰਦੇ ਨੇ, ਕਿਉਂਕਿ ਬੱਚੇ ਆਪਣੇ ਐਂਗਲ ਦੇ ਨਾਲ ਦੇਖ ਰਹੇ ਹੁੰਦੇ ਨੇ ਤਾਲੁਕਾਤ ਨੂੰ, ਜਿਹੜੇ ਵਾਲਦੈਨ ਨੇ ਉਹ ਜ਼ਰਾ ਮੁਖਤਲਿਫ ਤਰੀਕੇ ਨਾਲ ਦੇਖ ਰਹੇ ਹੁੰਦੇ। ਉਹਨਾਂ ਨੇ ਦੇਖਣਾ ਹੁੰਦਾ ਕਿ ਫਿਊਚਰ ਦੇ ਵਿੱਚ ਇਹ ਮਸਾਇਲ ਵੀ ਆ ਸਕਦੇ ਨੇ, ਇਹ ਵੀ ਆ ਸਕਦੇ ਨੇ। ਅਤੇ ਇਹ ਤੁਸੀਂ ਕੀ ਸਮਝਦੇ ਕਿ ਟਾਈਮ ਬੀਇੰਗ ਦੇ ਮਸਾਇਲ ਨੇ? ਇਸ਼ਕ ਜਿਹੜਾ ਅੱਜ ਕੱਲ੍ਹ ਦਾ ਇਸ਼ਕ ਜਿਹੜਾ ਵਾ ਉਹ ਟਾਈਮ ਬੀਇੰਗ ਦਾ ਮਸਾਇਲ ਹੈ। ਉਹ ਤਾਂ ਹੈ ਨਾ ਜੀ। ਉਹ ਤਾਂ ਮੈਂ ਤੁਹਾਨੂੰ ਪਹਿਲੇ ਅਰਜ਼ ਕਰ ਚੁੱਕਾ ਹਾਂ ਕਿ ਚੂँकि ਬੇਸਿਕਸ ਜਿਹੜੀਆਂ ਹਨ ਉਹ ਗਲਤ ਹਨ ਨਾ ਜੀ। ਤਾਂ ਫੈਸਲੇ ਸਾਰੇ ਔਲਾਦ ਦੇ ਵੀ ਠੀਕ ਨਹੀਂ ਹੁੰਦੇ, ਸਾਰੇ ਵਾਲਿदैन ਦੇ ਵੀ ਠੀਕ ਨਹੀਂ ਹੁੰਦੇ। ਬਿਲਕੁਲ ਸਹੀ। ਫੈਸਲਾ ਦੋ ਲੋਕਾਂ ਕਰਨੇ ਤਾਂ ਮੇਰੇ ਖਿਆਲ ਉਹਨਾਂ ਤੇ ਛੋੜ ਦੇਣਾ ਚਾਹੀਦਾ। ਉਹ ਤਾਂ ਆਪੇ ਨਿਭੇਸਨ ਵਧੇ ਤਾਂ ਇਹ ਬਿਹਤਰ ਹੈ ਮੇਰੇ ਖਿਆਲ। ਨਹੀਂ, ਅਲਟੀਮੇਟਲੀ ਤਾਂ ਜਿਹੜੀ ਸ਼ਾਦੀ ਹੈ ਦੋ ਫੈਮਲੀਜ਼ ਦਾ ਆਪਸ ਦੇ ਵਿੱਚ। ਨਹੀਂ ਸਰ, ਸੌਰੀ ਫੈਮਲੀਜ਼ ਦਾ ਨਹੀਂ। ਓਕੇ, ਦੋ ਇੰਡੀਵਿਜੂਅਲਸ ਦਾ ਮਾਮਲਾ ਹੈ। ਅੱਛਾ, ਇਥੋਂ ਤਾਂ ਮਾਮਲਾ ਖਰਾਬ ਥੀਂਦਾ। ਠੀਕ ਹੈ ਕਿ ਜਿਹੜੇ ਵੇਲੇ ਸਾਰੇ ਕੋਲ ਵੈਸੇ ਯਾਰ ਕਿਹੜਾ ਘਰੇਲੂ ਮਾਮਲਾ ਸ਼ੁਰੂ ਕਰ ਕੇ ਦੇਣਾ ਸਾ। ਨਹੀਂ, ਇੱਕ ਸ਼ਾਇਰ ਨੂੰ ਗੱਲ ਕਰਨੀ ਚਾਹੀਦੀ ਹੈ। ਇਹ ਸ਼ਾਇਰ ਨੂੰ ਇਸ ਤੇ ਗੱਲ ਕਰਨੀ ਚਾਹੀਦੀ, ਇਸ ਵਾਸਤੇ ਮਾਮਲਾ ਬੜਾ ਅਹਿਮ ਹੈਗਾ। ਹਾਂ, ਮਾਮਲਾ ਜੇ ਇਹਦਾ ਅੱਛਾ ਜਵਾਬ ਦਿਓਗੇ ਤੇ ਫਿਰ ਤੁਹਾਨੂੰ ਫਿਰ ਅੱਗੇ ਸ਼ਾਇਰੀ ਤੇ ਜਾਨ ਛੱਡ ਦਾਂਗੇ। ਅੱਛਾ, ਇਸ ਲਈ ਅੱਛਾ ਜਿਹਾ ਜਵਾਬ ਦਿਓ ਇਹਦਾ। ਤਾਂ ਇਹ ਜਿਹੜਾ ਮਾਮਲਾ ਹੈ ਰਿਲੇਸ਼ਨਸ ਵਾਲੀ ਗੱਲ ਥੀਂਦੀ ਪਈ ਹੈ, ਉਹ ਦੋ ਇੰਡੀਵਿਜੂਅਲਸ ਦਾ ਮਾਮਲਾ ਹੈ, ਫੈਮਲੀਜ਼ ਦਾ ਨਹੀਂ। ਫੈਮਲੀਜ਼ ਇੱਕ ਦੂਜੇ ਦੇ ਨਾਲ ਰਹਿਣੇ, ਕਿਤਨੀਆਂ ਫੈਮਲੀਜ਼ ਇੱਕ ਦੂਜੇ ਦੇ ਨਾਲ ਰਹਿੰਦੀਆਂ, ਹਰ ਕੋਈ ਨਹੀਂ ਖੜਾ ਰਹਿੰਦਾ। ਸਹੀ, ਦੋ ਇੰਡੀਵਿਜੂਅਲਸ ਨਾਲ ਰਹਿਣੇ, ਤੁਸੀਂ ਫੈਸਲਾ ਉਹਨਾਂ ਤੇ ਛੋੜ ਦਿਓ।
ਅੱਛਾ ਤੁਸੀਂ ਕਹਿੰਦੇ ਅੱਛਾ ਉਹ ਠੀਕ ਹੋ ਸੀ ਗਲਤ ਹੋ ਸੀ ਉਹਦੀ ਉਹ ਕੌਣ ਵੀ ਕਰੇ ਸਨ ਹੂੰ ਨਹੀਂ ਤੇ ਸਾਡੀ ਸੁਸਾਇਟੀ ਦੇ ਸਾਡੇ ਕਸਬਾਤ ਦੇ ਵਿੱਚ ਤੇ ਇਹ ਅੰਮਾ ਅੱਬਾ ਦੇ ਨਾਲ ਰੋਲ ਆਉਂਦਾ ਹਰ ਕਹਿੰਦਾ ਕਿ ਤੁਸੀਂ ਤਾਂ ਮੇਰੀ ਗੱਲ ਮੁਸੀਬਤ ਪਾ ਦਿੱਤੀ ਉਹ ਬੱਚੀ ਆਖੀ ਕਿ ਅਨਪੜ੍ਹ ਮੇਰੀ ਗੱਲ ਤੁਸੀਂ ਪਾਇਆ ਹਾਂ ਰੋਈਆਂ ਕੋ ਦਸੀਂਦਾ ਪਿਆ ਉਸ ਵੇਲੇ ਰੈਜ਼ਿਸਟ ਨਹੀਂ ਕੀਤਾ ਹੂੰ ठीक है ਹੁਣ ਤਾਂ ਤਾਲੀਮ ਹੈ ਹੁਣ ਤਾਂ ਲੋਕ ਅਵੇਅਰਨੈਸ ਹੈ ਲੋਕਾਂ ਕੋਲ ਹੁਣ ਤਾਂ ਗਨ ਪੁਆਇੰਟ ਤੇ ਤਾਂ ਮੈਂ ਕਿਤੇ ਹੀ ਸ਼ਾਦੀ ਥੀ ਨਹੀਂ ਬੇਟੀ ਬਿਲਕੁਲ ਸਹੀ ਹੈ ਉਸ ਦੇ ਬਾਵਜੂਦ ਵੀ ਅਗਰ ਮਤਲਬ ਹੈ ਕਿ ਇਹ ਮਸਾਇਲ ਆਉਂਦੇ ਨੇ ਤਾਂ ਉਹ ਦੋ ਇੰਡੀਵਿਜੂਅਲਸ ਦਾ ਮਸਲਾ ਹੈ ਉਹ ਇੱਕ ਦੂਜੇ को ਸਮਝ ਨਹੀਂ ਸਕਦੇ ਇੱਕ ਦੂਜੇ ਦੀ ਆਦਤ ਦਾ ਨਹੀਂ ਪਤਾ ਹੁੰਦਾ ਠੀਕ ਹੈ ਉਹਨੂੰ ਕਿੱਥੇ ਸਪੇਸ ਚਾਹੀਦੀ ਨਹੀਂ ਪਤਾ ਹੁੰਦਾ ਈਵਨ ਕਿ ਮਾਮਲਾ ਤੇ ਜ਼ਿੰਦਗੀ ਦੇ ਨਹੀਂ ਪਤਾ ਹੁੰਦਾ ਠੀਕ ਹੈ ਉਹ ਜਿਹੜੇ ਵੇਲੇ ਇਕੱਠੇ ਥੀਂਦੇ ਨੇ ਇੱਕ ਜਾਤ ਰਹਿੰਦੇ ਨੇ ਤਾਂ ਉਹ ਉਦਮ ਮਚ ਪੈਂਦਾ ਬਿਲਕੁਲ ਤੇ ਗੱਲ ਉਹ ਮੇਰੇ ਲਈ ਦੋਸਤ ਵਾਲੀ ਬਈ ਉਹ ਹੁਣ ਮੈਂ ਸ਼ਹਿਰ ਛੋੜ ਕੇ ਚਲਾ ਵੰਜਾਂ ਤੇ ਕਹੀਂ ਬੈ ਸ਼ਹਿਰ ਚ ਬਹਿ ਕੇ ਕੋ ਕਾਲ ਕਰਾਂ ਵੀ ਮੈਂ ਤੇ ਕੋ ਬੜਾ ਮਿਸ ਕਰਾਂ ਆਪਣੇ ਉਸ ਕਿਸੋਂ ਤੇ ਉਦਾਂ ਵੀ ਹੈ ਨਾ ਸ਼ਾਦੀ ਤੋਂ ਪਹਿਲੇ 4-4 ਘੰਟੇ ਦੀ ਕਾਲ ਤੇ ਫਿਰ ਸ਼ਾਦੀ ਤੋਂ ਬਾਅਦ ਜਦੋਂ ਤੁਸੀਂ ਕਹਿਣਾ ਕਿ ਅੱਛਾ ਹਾਂ ਮੈਂ ਆ ਰਿਹਾ ਘਰ ਤੇ ਇੰਨੀ ਗੱਲ ਕਰਕੇ ਤੇ ਫੋਨ ਕਰ ਦੇਣਾ ਤੇ ਉਹ ਫਿਰ ਬਾਬੇ ਤੂੰ ਬਦਲ ਗਈ ਮਤਲਬ ਹਾਂ ਫਿਰ ਬਦਲ ਤਾਂ ਗਿਆ ਨਾ ਬੰਦਾ ਤੂੰ ਮੇਰੇ ਲਈ ਕੋਈ ਇਤਨੇ ਜ਼ਿਆਦਾ ਪ੍ਰੋਬਲਮ ਨਹੀਂ ਅਸਲ ਵਿੱਚ ਸਾਰੇ ਕੋਲ ਨਾ ਅਸਾਂ ਇੱਕ ਦੂਜੇ ਕੋ ਸੁਣਦੇ ਨਾ ਸਪੇਸ ਨਾ ਲੈਂਦੇ ਸਾਰੇ 50% ਲੋਕ ਤਾਂ ਸਾਈਕੋਲੋਜੀਕਲੀ ਪ੍ਰੋਬਲਮਸ ਦਾ ਸ਼ਿਕਾਰ ਹੈ ਬਿਲਕੁਲ ਸਹੀ ਹੁਣ ਮੈਂ ਸਪੋਜ਼ ਇੱਕ ਮੇਰੇ ਕੋ ਜ਼ਹਿਨੀ ਪ੍ਰੋਬਲਮ ਹੈ ਤਾਂ ਮੈਂ ਤੂੰ ਕੀ ਐਕਸਪੈਕਟ ਕਰੇਂਦੇ ਹੋ ਤੁਸੀਂ ਸਹੀ ਹੈ ਸਾਰੇ ਕੋਲ ਬਹੁਤ ਸਾਰੇ ਸਾਈਕੋਲੋਜੀਕਲੀ ਪ੍ਰੋਬਲਮਸ ਨੇ ਅਸਾਂ ਇੱਕ ਦੂਜੇ ਕੋ ਸਮਝਦੇ ਨਾ ਇੱਕ ਦੂਜੇ ਦੀ ਆਦਤ ਨਹੀਂ ਹੁੰਦੀ ਨਾ ਉਹ ਜਿਹੜੇ ਵੇਲੇ ਇੱਕ ਜਗ੍ਹਾ ਤੇ ਰਹਿੰਦੇ ਨੇ ਤਾਂ ਉਹ ਮੇਰੀਆਂ 4 ਅੱਛੀਆਂ ਆਦਤ ਵੀ ਹੋ ਸਨ 4 ਬੁਰੀਆਂ ਵੀ ਹੋ ਸਨ ਠੀਕ ਹੈ तो अच्छियाँ तो ज़ाहिर है मैं 4 लोगों को अपनी दसे सा लेकिन बुरियाँ मैं कहीं गुना नहीं सकता ਮੇਰੇ ਇੱਕ ਸੀਨੀਅਰ ਸਨ ਉਹ ਕਹਿੰਦੇ ਨੇ ਕਿ ਥੋੜਾ ਚੇਂਜ ਕਰ ਦੇਣਾ ਸੀਨੀਅਰ ਸਨ ਉਹ ਕਹਿੰਦੇ ਸਨ ਕਿ ਜਨਾਬ ਸਭ ਤੋਂ ਬਿਹਤਰੀਨ ਗੋਲ ਗੱਪੇ ਫਰੂਟ ਚਾਟ ਉਹ ਕੁੜੀਆਂ ਦੇ ਸਕੂਲ ਦੇ ਬਾਹਰ ਮਿਲਦੇ ਨੇ ਇਹ ਹੁਣ ਤੁਸੀਂ ਤਜਰਬਾ ਦੱਸੋਗੇ ਤੇ ਸਾਨੂੰ ਸਮਝ ਆ ਜਾਏਗੀ ਉਸ ਕਿਸਮ ਦਾ ਤਜਰਬਾ ਥੀ ਹੈ ਕੋਈ ਨਹੀਂ ਹਾਲੇ ਮੈਂ ਯਾਰ ਕਿਤਨੇ ਸ਼ਰੀਫ ਆਦਮੀ ਹੈ ਚੈੱਕ करे समय ਤੁਹਾਡੀ ਇਨਫੋਰਮੇਸ਼ਨ ਵਾਸਤੇ ਬਹੁਤ ਸ਼ੁਕਰੀਆ ਮੈਂ ਚੈੱਕ ਲਾਜ਼ਮੀ ਕਰੇ ਸਾਂ ਜ਼ਹੀਰ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੜਾ ਮਜ਼ਾ ਆਇਆ ਔਰ ਕਹਿ ਲਓ ਕਿ ਅਸੀਂ ਜਿਹੜਾ ਟੌਪਿਕ ਲਏ ਨੇ ਉਹਨਾਂ ਤੇ ਤੁਸੀਂ ਜਿਸ ਤਰ੍ਹਾਂ ਗੱਲਬਾਤ ਕੀਤੀ ਬੜਾ ਚੀਜ਼ਾਂ ਕਲੀਅਰ ਹੋਈਆਂ ਨੇ ਇਹਦੇ ਨਾਲ